ਰੈਡ ਐਫਐਮ ਸੁਣ ਰਹੇ ਸੀ 89.1 ਤੇ 93.1 CKYE। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੁਲਵਿੰਦਰ ਕੌਰ ਗਿੱਲ ਜੀ, ਜਿਹੜੇ ਕਿ ਮਨੋਵਿਗਿਆਨਕ ਕਾਉਂਸਲਰ ਨੇ, ਉਹ ਸ਼ਾਮਲ ਹੋ ਰਹੇ ਹਨ ਤੇ ਅੱਜ ਗੱਲਬਾਤ ਹੋਏਗੀ ਟੀਨੇਜਰਸ ਦੀ ਦੋਸਤੀ ਦੀ। ਜਦੋਂ ਜਿਹੜੇ ਕਿਸ਼ੋਰ ਉਮਰ ਦੇ ਵਿੱਚ 13ਵੇਂ ਸਾਲ ਤੋਂ ਬਾਅਦ 19 ਸਾਲ ਤੱਕ ਜਿਹੜਾ ਇਹ ਕ੍ਰੂਸ਼ਲ ਏਰੀਆ ਇੱਕ ਜ਼ਿੰਦਗੀ ਦਾ, ਇਸ ਦੇ ਵਿੱਚ ਦੋਸਤੀਆਂ ਹੁੰਦੀਆਂ ਨੇ, ਦੋਸਤੀਆਂ ਟੁੱਟਦੀਆਂ ਨੇ, ਲੜਾਈਆਂ ਵੀ ਹੁੰਦੀਆਂ ਨੇ। ਇਹ ਦੋਸਤੀਆਂ ਕਈ ਵਾਰੀ ਪੱਕੇ ਰਿਸ਼ਤੇ ਵੀ ਧਾਰਨ ਕਰ ਜਾਂਦੀਆਂ ਨੇ। ਸੋ ਟੀਨੇਜਰਸ ਦੀ ਦੋਸਤੀ ਕਿਹੋ ਜਿਹੀ ਦੋਸਤੀ ਹੈ? ਹੁਣ ਦੋਸਤੀ ਦੇ ਵਿੱਚ ਆਮ ਤੌਰ ਦੇ ਉੱਤੇ ਸਾਡੇ ਸੱਭਿਆਚਾਰ ਦੇ ਵਿੱਚ ਪਹਿਲਾਂ ਦੋਸਤ ਜਿਹੜਾ ਸੀ, ਇੱਕ ਮੇਲ ਜੈਂਡਰ ਦਾ ਵਿਅਕਤੀ ਦੂਸਰੇ ਮੇਲ ਜੈਂਡਰ ਦੇ ਨਾਲ ਜਿਹੜੀ ਉਹਨਾਂ ਦੀ ਆੜੀ ਪੈਂਦੀ ਸੀ, ਜਿਹੜੀ ਉਹਨਾਂ ਦੀ ਫਰੈਂਡਸ਼ਿਪ ਹੁੰਦੀ ਸੀ, ਜਿਹੜੀ ਉਹੀ ਦੋਸਤੀ ਸਮਝੀ ਜਾਂਦੀ। ਜਾਂ ਫਿਰ ਲੜਕੀਆਂ ਨੂੰ ਦੋਸਤੀ ਦੀ ਬਜਾਏ ਸਹੇਲੀਆਂ ਜਾਂ ਸਹੇਲਪੁਣਾ ਜਾਂ ਸਹੇਲੀ ਬਣ ਗਈ, ਇਸ ਤਰ੍ਹਾਂ ਦੀ ਗੱਲਬਾਤ ਰਹੀ। ਜਿਉਂ-ਜਿਉਂ ਜ਼ਮਾਨਾ ਤਬਦੀਲ ਹੁੰਦਾ ਚਲਿਆ ਗਿਆ ਔਰ ਉਸ ਤੋਂ ਬਾਅਦ ਮੁੰਡੇ ਕੁੜੀਆਂ ਦੀਆਂ ਆਪਸ ਵਿੱਚ ਹੀ ਦੋਸਤੀਆਂ ਜਿਹੜੀਆਂ ਮਹਿਜ਼ ਫਰੈਂਡਸ਼ਿਪ ਤੱਕ ਸੀਮਤ ਸੀ, ਜਿਸ ਤਰ੍ਹਾਂ ਮੁੰਡਿਆਂ ਦੀ ਦੋਸਤੀ, ਕੁੜੀਆਂ ਦਾ ਸਹੇਲਪੁਣਾ, ਇਸੇ ਤਰ੍ਹਾਂ ਹੀ ਮੁੰਡੇ ਕੁੜੀਆਂ ਦਾ ਇਹ ਦੋਸਤੀ ਦਾ ਰਿਸ਼ਤਾ ਕਾਇਮ ਹੁੰਦਾ ਚਲਿਆ ਗਿਆ। ਲੇਕਿਨ ਕਈ ਵਾਰੀ ਦੋਸਤੀਆਂ ਜਿਹੜੀਆਂ ਉਹ ਕਨਵਰਟ ਹੋ ਜਾਂਦੀਆਂ ਔਰ ਉਸ ਤੋਂ ਬਾਅਦ ਇਹ ਕੱਚੇ ਪੱਕੇ ਪਿਆਰ 'ਚ ਬਦਲ ਜਾਂਦੀਆਂ ਤੇ ਫਿਰ ਉਸ ਤੋਂ ਬਾਅਦ ਜ਼ਿੰਦਗੀ ਭਰ ਦਾ ਸਾਥ ਵੀ ਬਣ ਗਈਆਂ ਨੇ ਤੇ ਬਣਦੀਆਂ ਰਹੀਆਂ। ਇੱਥੇ ਅੱਜ ਸਾਡੇ ਸੁਣਨ ਵਾਲਿਆਂ ਦੇ ਵਿੱਚ, ਵੇਖਣ ਵਾਲਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਜੀਵਨ ਸਾਥੀ ਆਏ, ਉਹ ਟੀਨੇਜਰ 'ਚ ਦੋਸਤੀ ਦੇ ਤੌਰ ਤੇ, ਇੱਕ ਫਰੈਂਡ ਦੇ ਤੌਰ ਤੇ ਦਾਖਲ ਹੋਏ, ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਦੋਸਤੀ ਜਿਹੜੀ ਪੱਕੀ ਹੋ ਗਈ, ਪਿਆਰ ਹੋ ਗਿਆ, ਇੱਕ ਦੂਸਰੇ ਨਾਲ ਇਨਫੈਚੁਏਸ਼ਨ ਤੋਂ ਵੱਧਦਾ ਉਹ ਰੂਹ ਦਾ ਰਿਸ਼ਤਾ ਤੇ ਉਸ ਤੋਂ ਪਿੱਛੋਂ ਜ਼ਿੰਦਗੀ ਦਾ ਸਾਥ ਬਣ ਗਿਆ। ਅੱਜ ਦੀ ਗੱਲਬਾਤ ਇਸੇ ਵਿਸ਼ੇ ਤੇ ਹੋਏਗੀ, ਦੋਸਤੀ ਦੇ ਟੈਸਟ ਕੀ ਨੇ, ਦੋਸਤੀ 'ਚ ਲੜਾਈਆਂ ਵੀ ਹੋ ਜਾਂਦੀਆਂ ਨੇ। ਕਿ ਲੜਾਈ ਜਦੋਂ ਹੋ ਚੁੱਕੀ ਆ ਉਸ ਤੋਂ ਬਾਅਦ ਤੁਸੀਂ ਮਨ ਮਨਈਆ ਛੇਤੀ ਕਰ ਲੈਂਦੇ ਹੋ, ਜਾਂ ਤੁਹਾਡੇ ਮਨ ਦੇ ਵਿੱਚ ਜਿੰਨੀ ਦੇਰ ਰੁੱਸੇ ਰਹਿੰਦੇ ਹੋ ਉਨੀ ਦੇਰ ਤੱਕ ਤੁਹਾਡੇ ਮਨ ਦੇ ਵਿੱਚ ਦੋਸਤੀ ਦਾ ਜਜ਼ਬਾ ਕਾਇਮ ਰਹਿੰਦਾ ਹੈ? ਇਹ ਗੱਲ ਵੀ ਇੱਕ ਟੈਸਟ ਹੈ ਔਰ ਆਰਗੂਮੈਂਟ ਤੋਂ ਪਿੱਛੋਂ ਕੜੱਤਣ ਦੀ ਟੈਨਸ਼ਨ ਤੇ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਦੀਆਂ ਗੱਲਾਂ ਅੱਜ ਹੋਣਗੀਆਂ ਤੇ ਕੁਲਵਿੰਦਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵੈਲਕਮ। ਥੈਂਕ ਯੂ ਮਿਸਟਰ ਟੈਂਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਜ਼ਰੂਰ ਦੱਸੋ ਵੀ ਦੋਸਤੀ ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰਦੇ? ਹਾਂਜੀ ਮਿਸਟਰ ਟੈਂਡ, ਜਿਵੇਂ ਕਿ ਅੱਜ ਆਪਾਂ ਟੀਨੇਜਰ ਐਡੋਲੈਸੈਂਸ ਦੀ ਗੱਲ ਕਰ ਰਹੇ ਹਾਂ, ਐਂਡ ਆਈ ਥਿੰਕ ਉਹਦੇ ਤੋਂ ਸਭ ਤੋਂ ਪਹਿਲਾਂ ਸਾਨੂੰ ਇਹ ਬੜਾ ਜ਼ਰੂਰੀ ਹੈ ਜਾਣਨਾ ਇਸ ਏਜ ਦੇ। ਕਾਫੀ ਪੇਰੈਂਟਸ ਮੇਰੇ ਕੋਲ ਵੀ ਆਉਂਦੇ ਆ ਬਿਕਾਜ਼ ਇੱਕ ਟੀਨੇਜਰ ਜਿਹੜੀ ਇੱਕ ਇਹੋ ਜਿਹੀ ਅਵਸਥਾ ਹੁੰਦੀ ਹੈ, ਕਿਉਂਕਿ ਬੱਚੇ ਸਾਡੇ ਐਜ਼ ਅ ਪੇਰੈਂਟ ਅਸੀਂ ਜੋ ਬੱਚਿਆਂ ਨੂੰ ਹੁਕਮ ਦਿੰਦੇ ਆ ਉਹ ਹੁੰਦਾ ਜਾਂਦਾ ਵਾ, ਪਰ ਸਡਨਲੀ ਜਦੋਂ ਕੋਈ 12-13 ਸਾਲ ਦਾ ਹੋ ਜਾਂਦਾ ਉਹ ਕਹਿੰਦਾ ਨਹੀਂ ਤੂੰ ਮੇਰੇ ਤੇ ਐ ਹੁਕਮ ਨਹੀਂ ਕਰ ਸਕਦਾਗਾ, ਤੇ ਸਡਨਲੀ ਉਹ ਜਿਹੜੀ ਇਕੁਏਸ਼ਨ ਆ, ਬਿਕਾਜ਼ ਅਸੀਂ ਵੀ ਪੇਰੈਂਟ ਐਜ਼ ਅ ਪੇਰੈਂਟ ਉਹ ਅਸੀਂ ਉਹ ਸਾਡੀ ਆਦਤ ਹੁੰਦੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਦੱਸਣਾ ਸਹੀ ਆ ਜਾਂ ਗਲਤ। ਐਂਡ ਸਡਨਲੀ 12-13 ਸਾਲ ਦੀ ਉਮਰ ਦੇ ਵਿੱਚ ਉਹਦੇ ਦਿਮਾਗ ਦੀ ਇਹੋ ਜਿਹੀ ਡਿਵੈਲਪਮੈਂਟ ਹੁੰਦੀ ਹੈ ਕਿ ਉਹ ਪਾਸਾ ਹੀ ਪਲਟ ਦਿੰਦਾ ਤੇ ਉਹ ਕਹਿੰਦਾ ਨਹੀਂ ਤੈਨੂੰ ਦੱਸਣ ਦੀ ਲੋੜ ਨਹੀਂ ਮੇਰੇ ਲਈ ਕੀ ਸਹੀ ਆ ਕਈ ਗਲਤ ਆ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਐਕਚੁਅਲੀ ਦਿਮਾਗ ਦੀ ਡਿਵੈਲਪਮੈਂਟ ਜਾਣਨਾ ਬੜਾ ਜ਼ਰੂਰੀ ਹੈ, ਸਪੈਸ਼ਲੀ ਜਦੋਂ ਤੁਸੀਂ ਟੀਨੇਜਰਸ ਦੀਆਂ ਰਿਲੇਸ਼ਨਸ਼ਿਪਸ ਐਕਸਪਲੋਰ ਕਰਦੇ ਆ, ਜਾਂ ਜਿਹੜੇ ਰਿਲੇਸ਼ਨਸ਼ਿਪ ਦੇ ਵਿੱਚ ਉਹ ਕਈ ਵਾਰ ਖਤਰੇ ਵੀ ਲੈਂਦੇ ਆ, ਜਿਹੜੇ ਕਈ ਵਾਰ ਇੰਟੈਂਸ ਰਿਲੇਸ਼ਨਸ਼ਿਪ ਵੀ ਇਸ ਉਮਰ ਦੇ ਵਿੱਚ ਟੀਨੇਜਰ ਬਣਾਉਂਦੇ ਆ, ਉਹ ਕਿਉਂ ਬਣਾਉਂਦੇ ਆ। ਸੋ ਜੀ ਹਾਂ, ਜਿਵੇਂ ਤੁਸੀਂ ਫਰੈਂਡਸ਼ਿਪ ਦਾ ਕਿਹਾ ਗਾ, ਐਂਡ ਜਿਹੜੀ ਇਹ ਏਜ ਆ ਮਿਸਟਰ ਟਿੰਡ, ਆਈ ਥਿੰਕ ਜਿਵੇਂ ਪੰਜਾਬੀ ਦੇ ਵਿੱਚ ਵੀ ਆਪਣੀ ਕਹਾਵਤਾਂ ਹਾਣ ਨੂੰ ਹਾਣ ਪਿਆਰਾ ਹੁੰਦਾ ਵਾ। ਸੋ ਜਿਹੜੀ ਫਰੈਂਡ ਇਹ ਸਾਡੀ ਸਾਰੀ ਉਮਰ ਦੀ ਇੱਕ ਜਰਨੀ ਹੈ ਕਿ ਅਸੀਂ ਅਟੈਚਮੈਂਟ ਸੀਕ ਕਰਦੇ ਹਾਂ, ਸਾਰੀ ਉਮਰ ਤੱਕ ਕਰਦੇ ਹਾਂ। ਇਹ ਕੋਈ ਸਿਰਫ ਇਸੇ ਹੀ ਏਜ ਦਾ ਨਹੀਂ ਹੈਗਾ ਗਾ। ਜਦੋਂ ਤੋਂ ਤੁਸੀਂ ਦੇਖ ਲਓ ਵੀ ਬੱਚਾ ਜਦੋਂ ਤੋਂ ਉਹਨੂੰ ਥੋੜੀ ਜਿਹੀ ਸੰਭਲ ਆਉਂਦੀ ਹੈ, ਉਹ ਆਪਦੇ ਅਰਗੇ ਲੋਕ ਆਪਦੇ ਛੋਟੇ ਬੱਚਿਆਂ ਦਾ ਉਹਨਾਂ ਨਾਲ ਅਟੈਚ। ਸੋ ਸੀਕਿੰਗ ਅਟੈਚਮੈਂਟ ਉਹ ਸਾਡੀ ਸਾਰੀ ਲੌਂਗ ਟਰਮ ਪ੍ਰੋਸੈਸ ਆ। ਪਰ ਕਿਸ ਤਰੀਕੇ ਨਾਲ ਅਸੀਂ ਅਟੈਚਮੈਂਟ ਸੀਕ ਕਰਦੇ ਹਾਂ, ਕਿਵੇਂ ਦੀਆਂ ਅਟੈਚਮੈਂਟਸ ਅਸੀਂ ਸੀਕ ਕਰਦੇ ਹਾਂ, ਕਿਵੇਂ ਦੀਆਂ ਰਿਲੇਸ਼ਨਸ਼ਿਪਸ ਅਸੀਂ ਕਰਦੇ ਹਾਂ, ਐਂਡ ਕਿੱਦਾਂ ਦੀਆਂ ਰਿਲੇਸ਼ਨਸ਼ਿਪ ਸਾਡੇ ਲਈ ਮਾਡਲ ਹੋਈਆਂ। ਇੱਕ ਕੰਪੈਨੀਅਨਸ਼ਿਪ ਦੀ ਤਲਾਸ਼ ਹੈ।
ਜੀ ਹਾਂ, ਐਂਡ ਇੱਕ ਡਿਵੈਲਪਮੈਂਟਲੀ ਮਿਸਟਰ ਥਿੰਡ ਇੱਕ ਜਦੋਂ ਇੱਕ ਡਿਵੈਲਪਮੈਂਟਲੀ ਤੁਹਾਡਾ ਬ੍ਰੇਨ ਇੱਕ ਡਿਵੈਲਪਮੈਂਟ ਦੇ ਥਰੂ ਜਾਂਦਾ ਜਿੱਥੇ ਤੁਹਾਨੂੰ ਆਪਣੇ ਅਰਗੇ ਲੋਕ ਫੋਰ ਐਗਜ਼ਾਮਪਲ ਅਕਸਰ ਪੇਰੈਂਟ ਕਹਿ ਦਿੰਦੇ ਆ ਕਿ ਇਹ ਆਪਦੀਆਂ ਆਮ ਬੱਚੇ ਫਰੈਂਡਸ ਨਾਲ ਜ਼ਿਆਦਾ ਹੀ ਦੁੱਖ ਸੁੱਖ ਗੱਲ ਕਰ ਲੈਂਦੇ ਆਪਦੇ ਮਾਂ-ਬਾਪ ਦੇ ਨਾਲ। ਉਹ ਕਹਿੰਦੇ ਕਿ ਆਪਦੇ ਫਰੈਂਡਸ ਨਾਲ ਤਾਂ ਬੜਾ ਅਟੈਚਡ ਆ, ਉਹਨਾਂ ਨਾਲ ਤਾਂ 3-3 4-4 ਘੰਟੇ ਫੋਨ ਤੇ ਰਹਿੰਦਾ। ਐਂਡ ਇਹ ਤੁਹਾਨੂੰ ਸਮਝਣਾ ਪਊਗਾ ਕਿ ਦਿਮਾਗੀ ਲੈਵਲ ਤੇ, ਦਿਮਾਗ ਦੀ ਡਿਵੈਲਪਮੈਂਟ ਲੈਵਲ ਤੇ ਉਹਦਾ ਜਿਹੜਾ ਝੁਕਾਅ ਆ ਆਪਦੇ ਹਾਣ ਦੇ ਲੋਕਾਂ ਨਾਲ ਜ਼ਿਆਦਾ ਹੋਊਗਾ। ਬਿਕਾਜ਼ ਮਿਸਟਰ ਥਿੰਡ ਐਵੋਲੂਸ਼ਨ ਤੋਂ ਅਸੀਂ ਜਿਹੜੇ ਸਾਡੇ ਹਾਣ ਦਾ ਗਰੁੱਪ ਸੀ ਉਹਦੇ ਨਾਲ ਤੁਹਾਡੀ ਸਰਵਾਈਵੇਬਿਲਿਟੀ ਵੱਧਦੀ ਆ। ਯੂ نو ਹੂੰ। ਜੇ ਤੁਸੀਂ ਇੱਕ ਜੰਗਲ ਦੇ ਵਿੱਚ ਹੋ ਤੇ ਤੁਹਾਡੀ ਹਾਣ ਦਾ ਗਰੁੱਪ ਆ ਤੇ ਤੁਹਾਡੀ ਸਰਵਾਈਵੇਬਿਲਿਟੀ ਉਹਨਾਂ ਨਾਲ ਜ਼ਿਆਦਾ ਹੈ, ਜਾਂ ਤੁਸੀਂ ਬਾਹਲੇ ਓਲਡ ਬੰਦਿਆਂ ਨਾਲ ਰਹੋ ਜਾਂ ਤੁਸੀਂ ਬਾਹਲੇ ਛੋਟਿਆਂ ਨਾਲ ਰਹੋ, ਉੱਥੇ ਨਹੀਂ ਤੁਹਾਡੀ ਸਰਵਾਈਵੇਬਿਲਿਟੀ। ਸੋ ਸਾਡੀ ਸਰਵਾਈਵੇਬਿਲਿਟੀ ਸਭ ਤੋਂ ਬੈਸਟ ਆ ਜਦੋਂ ਸਾਡੇ ਹੀ ਹਮ ਉਮਰ ਦੇ ਲੋਕ ਇਕੱਠੇ ਹੋਣ, ਬਿਕਾਜ਼ ਉਹਨਾਂ ਨਾਲ ਅਸੀਂ ਬੈਟਰ ਸਰਵਾਈਵ ਕਰ ਸਕਦੇ ਹਾਂ। ਸੋ ਐਵੋਲੂਸ਼ਨਰੀ ਤੌਰ ਤੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਇਨਸਾਨੀਅਤ ਦੇ ਦਿਮਾਗ ਦੇ ਵਿੱਚ ਬੈਠਾ ਹੋਇਆ ਕਿ ਜੇ ਅਸੀਂ ਆਪਦੇ ਹੀ ਹਮ ਉਮਰ ਲੋਕਾਂ ਨਾਲ ਹੋਵਾਂਗੇ ਸਾਡੀ ਸਰਵਾਈਵੇਬਿਲਿਟੀ ਬੈਟਰ ਹੈ, ਅਸੀਂ ਸਰਵਾਈਵ ਬੈਟਰ ਕਰ ਪਰ ਸਕਦੇ ਹਾਂ। ਜਿਹੜੀ ਟੀਨਏਜਰ ਦੀ ਦੋਸਤੀ ਆ, ਟੀਨ ਏਜ ਦੇ ਵਿੱਚ ਹੋਈ, ਇਹ ਦੂਸਰਿਆਂ ਨਾਲੋਂ ਜ਼ਿਆਦਾ ਪੈਸ਼ਨੇਟ ਆ, ਇਹ ਦੂਸਰਿਆਂ ਨਾਲੋਂ, ਦੂਸਰੀਆਂ ਦੋਸਤੀਆਂ ਨਾਲੋਂ ਕੈਜੂਅਲ ਫਰੈਂਡਸ਼ਿਪ ਜਿਹੜੀ ਅਸੀਂ ਇਹਨੂੰ ਕਹਿੰਦੇ ਆ, ਕੈਜੂਅਲ ਫਰੈਂਡਸ਼ਿਪ ਨਾਲੋਂ ਜ਼ਿਆਦਾ ਇੰਟੈਂਸ ਆ। ਜੀ ਹਾਂ, ਮਿਸਟਰ ਥਿੰਡ ਡਿਵੈਲਪਮੈਂਟਲੀ ਇੱਕ ਜਿਹੜਾ ਟੀਨੇਜਰ ਦਾ ਦਿਮਾਗ ਬੜੀ ਟਰਾਂਸਫੋਰਮੇਸ਼ਨ ਦੇ ਥਰੂ ਜਾਂਦਾ ਵਾ ਜਦੋਂ ਦੇ ਆ ਟੀਨੇਜ ਈਅਰਸ ਐਡੋਲੈਸੈਂਸ ਈਅਰਸ ਹੁੰਦੇ ਆ। ਇਹ ਹਰ ਇਮੋਸ਼ਨ ਬੜੀ ਇੰਟੈਂਸ ਫੀਲ ਕਰਦੇ ਨੇ। ਇਹ ਦਿਮਾਗ ਦੇ ਲੈਵਲ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਚੇਂਜਸ ਆਮ ਤੁਸੀਂ ਦੇਖ ਲਓ ਕਿ ਟੀਨੇਜਰ ਗੁੱਸਾ ਸੀ ਕਿਉਂਕਿ ਗੁੱਸਾ ਉਸ ਏਜ ਦੇ ਵਿੱਚ ਪੀਕ ਤੇ ਹੁੰਦਾ, ਪਿਆਰ ਵੀ ਬੜਾ ਪੀਕ ਤੇ ਹੁੰਦਾ, ਐਕਸਾਈਟਮੈਂਟ ਵੀ ਬੜੀ ਪੀਕ ਤੇ ਹੁੰਦੀ ਆ। ਆਮ ਤੁਸੀਂ ਦੇਖੋ ਕਿ ਜੇ ਫੋਰ ਐਗਜ਼ਾਮਪਲ ਲੈਟਸ ਸੇ ਜੇ ਤੁਸੀਂ ਪੀਐਨਈ ਰਾਈਡਸ ਤੇ ਗਏ ਹੋ ਐਂਡ ਅਸੀਂ ਬੈਠ ਜਾਈਏ ਤੇ ਇੱਕ ਟੀਨੇਜਰ ਬੈਠ ਜੇ, ਜਿਹੜੀ ਟੀਨੇਜਰ ਆ ਉਹਦੇ ਜਿਹੜੇ ਦਿਮਾਗ ਦੇ ਵਿੱਚ ਉਹਦੀ ਬਾਡੀ ਦੇ ਵਿੱਚ ਡੋਪਾਮਾਈਨ ਜ਼ਿਆਦਾ ਰਿਲੀਜ਼ ਹੁੰਦੀ ਸਾਡੇ ਨਾਲੋਂ। ਉਹਦਾ ਐਕਸਾਈਟਮੈਂਟ ਲੈਵਲ ਜਿਵੇਂ ਰਾਈਡ ਤੋਂ ਬਾਅਦ ਕਿਤੇ ਜ਼ਿਆਦਾ ਸਾਡੇ ਨਾਲੋਂ, ਬਿਕਾਜ਼ ਉਹਦਾ ਜਿਹੜਾ ਡਿਵੈਲਪਮੈਂਟਲੀ ਦਿਮਾਗ ਆ ਉਹ ਦੁੱਖ ਵੀ ਬਹੁਤ ਜ਼ਿਆਦਾ ਮਹਿਸੂਸ ਕਰਦਾ, ਉਹ ਸੁੱਖ ਵੀ ਬਹੁਤ ਜ਼ਿਆਦਾ ਮਹਿਸੂਸ ਕਰਦਾ, ਐਕਸਾਈਟਮੈਂਟ ਵੀ ਬਹੁਤ ਜ਼ਿਆਦਾ ਮਹਿਸੂਸ ਕਰਦਾ। ਇਹਨੂੰ ਅਸੀਂ ਕਹਿੰਦੇ ਇੰਟੈਂਸ ਇਮੋਸ਼ਨਸ ਵਿੱਚ, ਜਿਹਦਾ ਮਤਲਬ ਹੈ ਕਿ ਇੱਕ ਟੀਨੇਜ ਈਅਰਸ ਦੇ ਵਿੱਚ ਇੱਕ ਜਿਹੜੇ ਟੀਨੇਜਰਸ ਹੁੰਦੇ ਨੇ ਉਹਨਾਂ ਦਾ ਗੁੱਸਾ ਵੀ ਬਹੁਤ ਇੰਟੈਂਸ ਹੁੰਦਾ, ਉਹਨਾਂ ਦੀ ਫਰਸਟ੍ਰੇਸ਼ਨ ਵੀ ਬਹੁਤ ਇੰਟੈਂਸ ਹੁੰਦੀ ਆ। ਜੇ ਉਹਨਾਂ ਦਾ ਬ੍ਰੇਕਅਪ ਹੋ ਗਿਆ ਉਹਨਾਂ ਦੀ ਸੈਡਨੈਸ ਵੀ ਬੜੀ ਇੰਟੈਂਸ ਹੁੰਦੀ ਆ। ਫਿਰ ਜੇ ਉਹਨਾਂ ਦਾ ਕਿਸੇ ਨਾਲ ਪਿਆਰ ਆ ਤੇ ਉਹਦੇ ਵਿੱਚ ਪੈਸ਼ਨ ਵੀ ਬੜਾ ਇੰਟੈਂਸ ਹੁੰਦਾ ਵਾ। ਲੌਂਗ ਲਾਸਟਿੰਗ ਹੁੰਦੇ ਆ ਰਿਲੇਸ਼ਨਸ਼ਿਪ ਜਾਂ ਜਿਹੜੀ ਦੋਸਤੀ ਦਾ ਟੀਨੇਜਰ ਵਿੱਚ ਹੋਈ ਦੋਸਤੀ ਆ, ਇਹਦੀ ਉਮਰ ਕਿੰਨੀ ਕੁ? ਦੇਖੋ ਮਿਸਟਰ ਥਿੰਡ ਆਮ ਤਾਂ ਉਹ ਕਹਿੰਦੇ ਵੀ ਜਿਹੜੀ ਇਸ ਏਜ ਦੇ ਵਿੱਚ ਸਾਡੇ ਚ ਟਰਾਂਸਫੋਰਮੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਕਿ ਇਹਦੇ ਵਿੱਚ ਸਾਡੇ ਚ ਬਦਲਾਵ ਬਹੁਤ ਜ਼ਿਆਦਾ ਹੁੰਦਾ, ਇਮੋਸ਼ਨਸ ਇੰਟੈਂਸ ਬਹੁਤ ਜ਼ਿਆਦਾ ਹੁੰਦੀਆਂ। ਇਹ ਕਹਿਣਾ ਕਈ ਲੋਕਾਂ ਲਈ ਵਰਕ ਵੀ ਕਰਦਾ ਕਿਉਂਕਿ ਕਈ ਲੋਕ ਗਰੋ ਕਰਦੇ ਆ, ਇਕੱਠੇ ਗਰੋ ਕਰਦੇ ਆ, ਪਰ ਜਿੱਥੇ ਇੱਕ ਜਣਾ ਗਰੋ ਕਰ ਰਿਹਾ ਇੱਕ ਨਹੀਂ ਕਰ ਰਿਹਾ ਉੱਥੇ ਰਿਲੇਸ਼ਨਸ਼ਿਪ ਟੁੱਟ ਵੀ ਜਾਂਦੀਆਂ। ਸੋ ਬਿਕਾਜ਼ ਉਸ ਫੇਜ਼ ਦੇ ਵਿੱਚ ਇੱਕ ਬੜਾ ਇੰਟੈਂਸ ਪੀਰੀਅਡ ਤੁਹਾਡਾ ਚੱਲ ਰਿਹਾ ਹੁੰਦਾ, ਕਈ ਲੋਕਾਂ ਦਾ ਲੌਂਗ ਲਾਸਟ ਹੋ ਸਕਦਾ, ਕਈ ਲੋਕਾਂ ਦਾ ਨਹੀਂ। ਉਹ ਤੁਹਾਡਾ ਇੱਕ ਇੱਕ ਆਪਦਾ ਇੰਡੀਵਿਜੂਅਲ ਸਕੇਲ ਆ ਕਿ ਤੁਸੀਂ ਆਪਦੇ ਦਿਮਾਗ ਦੇ ਵਿੱਚ ਕਿੱਦਾਂ ਦਾ ਇੱਕ ਰਿਲੇਸ਼ਨਸ਼ਿਪ ਪਿਕ ਕਰ ਰਹੇ ਕਈ ਕਈ ਨਾ ਪੇਰੈਂਟਸ ਨੂੰ ਇਹ ਸ਼ਿਕਾਇਤ ਆ ਕਿ ਸਾਡੇ ਬੱਚੇ ਜਾਂ ਬੱਚੀ ਦੀ ਆਪਣੇ ਟੀਨੇਜਰ ਦੋਸਤਾਂ ਨਾਲ ਜ਼ਿਆਦਾ ਨੇੜਤਾ, ਮਾਪਿਆਂ ਨਾਲ ਘੱਟ ਆ, ਭੈਣ ਭਰਾਵਾਂ ਨਾਲ ਘੱਟ ਆ, ਦੋਸਤਾਂ ਨਾਲ ਜ਼ਿਆਦਾ, ਫੈਮਿਲੀ ਨਾਲੋਂ ਦੋਸਤਾਂ ਦੇ ਜ਼ਿਆਦਾ ਨੇੜੇ ਹੋ ਗਿਆ ਸਾਡਾ ਬੱਚਾ ਜਾਂ ਹਮ ਸਾਡੀ ਬੱਚੀ। ਹਮ ਇਹ ਕੁਦਰਤੀ ਇਸ ਤਰ੍ਹਾਂ ਵਾਪਰਦਾ? ਜੀ ਹਾਂ, ਐਂਡ ਆਈ ਥਿੰਕ ਐਜ਼ ਅ ਪੈਰੈਂਟ ਸਾਨੂੰ ਇਹ ਚੀਜ਼ ਸਮਝਣੀ ਪਊ ਮਿਸਟਰ ਥਿੰਡ ਉਹਨਾਂ ਦੇ ਐਂਡ ਇਸੇ ਕਰਕੇ ਬਿਕਾਜ਼ ਜਿਸ ਕਲਚਰ ਦੇ ਵਿੱਚ ਅਸੀਂ ਵੱਡੇ ਹੋਏ ਜਦ ਜਦੋਂ ਅਸੀਂ ਵੀ ਵੱਡੇ ਹੋਏ ਤੁਸੀਂ ਵੱਡੇ, ਉਦੋਂ ਮਾਪਿਆਂ ਨੂੰ ਇੰਨੀ ਸਮਝ ਨਹੀਂ ਸੀਗੀ ਕਿ ਦਿਮਾਗ ਦੇ ਲੈਵਲ ਤੇ ਇਹਦੇ ਡਿਵੈਲਪਮੈਂਟਲ ਇਮੋਸ਼ਨਲੀ ਇੰਟੈਂਸ ਹੋ ਰਹੇ ਆ ਇਸ ਟਾਈਮ, ਇਹਦੇ ਦਿਮਾਗ ਨੂੰ ਨੋਵਲਟੀ ਰਿਸਕ ਟੇਕਿੰਗ ਚਾਹੀਦਾ ਵਾ, ਸਾਨੂੰ ਨਹੀਂ ਸੀ ਪਤਾ। ਵਰਨਾ ਤਾਂ ਅਸੀਂ ਪੈਰੈਂਟਿੰਗ ਬਹੁਤ ਵੱਖਰੇ ਹਿਸਾਬ ਨਾਲ ਕਰਦੇ ਜੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਵੇ। ਸੋ ਇਸ ਕਰਕੇ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਦਿਮਾਗੀ ਲੈਵਲ ਤੇ ਜਿਹੜਾ ਦਿਮਾਗੀ ਲੈਵਲ ਆ ਸਾਡੇ ਟੀਨੇਜਰ ਦਾ, ਉਹ ਜਦੋਂ ਇੱਕ ਟਰਾਂਸਫੋਰਮੇਸ਼ਨ ਹੁੰਦੀ ਹੈ, ਜਿਵੇਂ ਆਮ ਤੁਸੀਂ ਕਹਿੰਦੇ ਕਿ ਸਾਡਾ ਦਿਮਾਗ 24 ਸਾਲ ਤੱਕ ਨਹੀਂ ਬਣਦਾ ਐਂਡ ਕੰਟੀਨਿਊਸਲੀ ਸਾਡਾ ਦਿਮਾਗ ਡਿਵੈਲਪ ਹੁੰਦਾ, ਪਰ ਇਹਨਾਂ ਸਾਲਾਂ ਦੇ ਵਿੱਚ ਵੀ ਜਿਹੜੀ ਆ ਟਰਾਂਸਫੋਰਮੇਸ਼ਨ ਉਹ ਬਹੁਤ ਜ਼ਿਆਦਾ ਰੈਪਿਡ ਹੁੰਦੀ ਆ। ਮਾਪਿਆਂ ਲਈ ਇਹ ਐਕਸਟ੍ਰੀਮ ਰਿਐਕਸ਼ਨ ਤਾਂ ਮਿਸਟਰ ਤੇਨ ਜਿਵੇਂ ਮੈਂ ਤੁਹਾਨੂੰ ਕਿਹਾ ਕਿਉਂਕਿ ਮਾਪਿਆਂ ਦੀ ਆਦਤ ਵੀ ਟੁੱਟਦੀ ਆ, ਮਾਪਿਆਂ ਦਾ ਵੀ ਟ੍ਰਾਂਜੀਸ਼ਨ ਆ। ਬਿਕਾਜ਼ ਜਿਸ ਬੱਚੇ ਨੂੰ ਮੈਂ ਕਹਿੰਦੀ ਸੀ ਕਿ ਇੱਥੇ ਬੈਠ ਕੇ ਸੀਰੀਅਲ ਖਾ ਲਾ ਤੇ ਐਸ ਕੁਰਸੀ ਤੇ ਬੈਠ ਕੇ ਖਾ ਲਾ ਤੇ ਆਹ ਸ਼ੂ ਪਾ ਲਾ ਤੇ ਆਹ ਕੱਪੜੇ ਪਾ ਲਾ, ਤੇ ਹੁਣ ਉਹ 12 ਹੁਣ ਮੈਂ ਨਹੀਂ ਕਹਿ ਸਕਦੀ ਐਂਡ ਇਹ ਬੜਾ ਵੱਡਾ ਟਰਾਂਸਫੋਰਮੇਸ਼ਨ ਹੈ। ਜਿਸ ਬੱਚੇ ਲਈ ਮੈਂ ਦੁਨੀਆ ਸੀ ਉਹ ਮੈਨੂੰ ਆ ਕੇ ਕਰਫਿਊ ਟਾਈਮ ਉਹ ਸਾਰੀ ਚੀਜ਼ ਦੀ ਮੈਨੂੰ ਦਿੰਦਾ ਹੁੰਦਾ ਸੀ, ਸਡਨਲੀ ਮੈਂ ਨਹੀਂ ਹੈਗੀ ਹੁਣ ਉਹਦੇ ਲਈ, ਸਡਨਲੀ ਹੋਰ ਰਿਸ਼ਤੇ ਉਹਦੇ ਲਈ ਬਣ ਗਏ। ਹਾਂਜੀ। ਹੁਣ ਜਿਹੜੀਆਂ ਦੋਸਤੀਆਂ ਨੇ
ਉਹਨਾਂ ਦੋਸਤੀਆਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਜਦ ਤੋਂ ਆਇਆ, ਹੁਣ ਜਦੋਂ ਅਸੀਂ ਗੱਲਾਂ ਸੁਣਦੇ ਹਾਂ, ਮੇਰਾ 500 ਫਰੈਂਡ ਆ, ਮੇਰਾ 600 ਫਰੈਂਡ ਆ, ਮੇਰਾ 1000 ਫਰੈਂਡ ਆ ਫੇਸਬੁੱਕ ਦੇ ਉੱਤੇ। ਜਿਹੜੀ ਰੀਅਲ ਲਾਈਫ ਦੀ ਫਰੈਂਡਸ਼ਿਪ ਆ, ਅਸੀਂ ਇਹ ਸੁਣਦੇ ਆਏ ਵੀ ਜ਼ਿੰਦਗੀ 'ਚ 1-2 ਫਰੈਂਡ ਹੀ ਹੁੰਦੇ ਆ ਚੱਜ ਦੇ, ਬਾਕੀ ਫਰੈਂਡਸ਼ਿਪ ਇੰਨੀ ਨਹੀਂ ਰੱਖਣੀ ਚਾਹੀਦੀ, ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਗਈ। ਪਰ ਜਦੋਂ ਅਸੀਂ ਹੁਣ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਸੈਂਕੜਿਆਂ ਦੀ, ਹਜ਼ਾਰਾਂ ਦੀ ਗਿਣਤੀ ਦੋਸਤੀਆਂ ਨੇ, ਰੀਅਲੀ ਇਹ ਦੋਸਤੀਆਂ ਨੇ? ਮਿਸਟਰ ਤਿਨ ਦੇਖੋ ਕਿ ਡਿਸਟਰੈਕਸ਼ਨ ਦਾ ਹੋਣਾ ਐਂਡ ਆਫ ਕੋਰਸ ਸਾਡੇ ਲਈ ਬਹੁਤ ਡਿਸਟਰੈਕਸ਼ਨ ਆ ਜਦੋਂ ਇੱਕ ਮਾਪਾ ਵੱਡਾ ਹੋ ਰਿਹਾ ਸੀ ਇੰਡੀਆ ਦੇ ਵਿੱਚ, ਉਹਦੇ ਕੋਲ ਕਿੰਨੀਆਂ ਕੁ ਚੋਇਸ ਸੀ ਦੋਸਤ ਬਣਾਉਣ ਦੇ, ਜਿਹੜੇ 10-12 ਲੋਕ ਆਲੇ ਦੁਆਲੇ ਸੀ ਉਹਨਾਂ ਦੇ ਵਿੱਚੋਂ ਸੀ। ਪਰ ਅੱਜ ਤਾਂ ਸਾਡੇ ਕੋਲ ਦੁਨੀਆ ਖੁੱਲੀ ਵੀ ਆ। ਤੁਸੀਂ ਇੱਕ ਮੋਬਾਈਲ ਤੇ ਔਨ ਕਰੋ ਤੇ ਤੁਹਾਡੇ ਕੋਲ ਲੱਖਾਂ ਕਰੋੜਾਂ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ ਤੇ ਸੋ ਇੱਥੇ ਸਾਨੂੰ ਇਹ ਜਾਣਨਾ ਬੜਾ ਜ਼ਰੂਰੀ ਹੈ ਮਿਸਟਰ ਤਿੰਨ ਕਿ ਆਫ ਕੋਰਸ ਸਾਡੇ ਕਨੈਕਸ਼ਨ ਪੁਆਇੰਟ ਵਧੇ ਨੇ, ਸਾਡੇ ਲਈ ਰੀਚ ਵਧੀਆ, ਪਰ ਇਹਦਾ ਇਹ ਮਤਲਬ ਨਹੀਂ ਕਿ ਸਾਡੇ ਰਿਸ਼ਤੇ ਵੀ ਬੈਟਰ ਹੋਏ ਆ। ਇਹਦਾ ਇਹ ਮਤਲਬ ਨਹੀਂ ਵੀ ਸਾਡੇ ਰਿਸ਼ਤੇ ਵੀ ਹੈਲਥੀ ਹੋਏ ਆ। ਇਹਦਾ ਇਹ ਮਤਲਬ ਨਹੀਂ ਵੀ ਅਸੀਂ ਅੱਗੇ ਨਾਲੋਂ ਜ਼ਿਆਦਾ ਕਨੈਕਟਡ ਆ। ਅੱਜ ਦੀ ਜਿਹੜੀ ਜਨਰੇਸ਼ਨ ਉਹ ਸਭ ਤੋਂ ਜ਼ਿਆਦਾ ਇਕੱਲੇਪਣ 'ਚ ਆ। ਪਰ ਜਿਹੜੇ ਲੋਕਾਂ ਦੀਆਂ ਦੋਸਤੀਆਂ ਜ਼ਿਆਦਾ ਨੇ, ਕੀ ਫਰੈਂਡਸ਼ਿਪ ਦੇ ਨਾਲ ਟੀਨੇਜਰ ਜਿਹੜੇ ਹੈਗੇ ਨੇ ਉਸ ਉਮਰ ਦੇ ਵਿੱਚ, ਕਿਸ਼ੋਰ ਉਮਰ ਦੇ ਵਿੱਚ, ਜਿਹੜੀ ਲੋਕਾਂ ਦੀਆਂ, ਜਿਨ੍ਹਾਂ ਮੁੰਡੇ ਕੁੜੀਆਂ ਦੀਆਂ ਜ਼ਿਆਦਾ ਦੋਸਤ ਨੇ, ਕੀ ਉਹਨਾਂ ਦੀ ਮਾਨਸਿਕ ਡਿਵੈਲਪਮੈਂਟ ਜ਼ਿਆਦਾ ਹੋਏਗੀ? ਮੈਂਟਲ ਡਿਵੈਲਪਮੈਂਟ ਆ ਜਿਹੜੀ, ਇਹ ਵਿਕਾਸ ਲਈ ਜ਼ਿਆਦਾ ਥਾਂ ਹੁੰਦਾ ਜੇ ਜ਼ਿਆਦਾ ਦੋਸਤ ਹੋਣ? ਦੇਖੋ ਮਿਸਟਰ ਤਿੰਡ ਜਿਹੜਾ ਰਿਸ਼ਤਾ ਤੁਹਾਡਾ ਹੈਲਥੀ ਆ ਉਹੀ ਤੁਹਾਡੀ ਮੈਂਟਲ ਹੈਲਥ ਵਾਸਤੇ ਵਧੀਆ ਵਾ। ਜੇ ਉਹ ਤੁਹਾਡੇ ਕੋਲ 4 ਹੈਲਥੀ ਰਿਸ਼ਤੇ ਨੇ ਤੇ ਇਹਦਾ ਮਤਲਬ ਤੁਹਾਡੇ ਕੋਲ ਉਦਾਂ ਦੀ ਮਾਨਸਿਕ ਸਥਿਤੀ। ਪਰ ਜੇ ਤੁਹਾਡੇ ਕੋਲ 10 ਰਿਸ਼ਤੇ ਨੇ ਪਰ ਉਹ 10 ਹੀ ਅਨਹੈਲਥੀ ਨੇ, ਸੋ ਕੁਆਲਿਟੀ ਆਫ ਯੋਰ ਰਿਲੇਸ਼ਨਸ਼ਿਪ ਡਿਟਰਮਿਨ ਕਰਦਾ ਕਿ ਤੁਹਾਡੀ ਮਾਨਸਿਕ ਸਥਿਤੀ ਨੇ ਕਿਵੇਂ ਇੰਪੈਕਟ ਕਰਨਾ। ਵਰਨਾ ਤਾਂ ਜੇ 10 ਅਨਹੈਲਥੀ ਹੋਣ ਤੇ ਉਹਦੇ ਨਾਲ ਤਾਂ ਇੱਕ ਹੀ ਅਨਹੈਲਥੀ ਚੰਗਾ, ਕਿਉਂਕਿ ਉਹਦਾ 10 ਇੰਪੈਕਟ ਕਰਨਗੇ ਨਾ ਤੁਹਾਡੀ ਮਾਨਸਿਕ ਸਥਿਤੀ ਨੂੰ। ਸੋ ਜੇ ਤੁਹਾਡੇ ਕੁਆਲਿਟੀ ਆਫ ਰਿਲੇਸ਼ਨਸ਼ਿਪ ਐਂਡ ਐਜ਼ ਅ ਪੇਰੈਂਟ ਅਸੀਂ ਸੋਚਦੇ ਹਾਂ ਸੋਸ਼ਲ ਮੀਡੀਆ ਤੇ ਸਾਡੇ ਬੱਚੇ ਗਲਤ ਰਿਸ਼ਤਿਆਂ 'ਚ ਨਾ ਜਾ ਦੇਣ, ਸਾਡੇ ਬੱਚੇ ਬੁਲਿੰਗ ਦਾ ਸ਼ਿਕਾਰ ਨਾ ਹੋ ਜਾਣ, ਸਾਡੇ ਬੱਚੇ ਆਨਲਾਈਨ ਬਹੁਤ ਤਰ੍ਹਾਂ ਦੇ, ਕਈ ਵਾਰ ਮੇਰੇ ਕੋਲ ਪੇਰੈਂਟ ਆਉਂਦੇ ਆ ਜਿਨ੍ਹਾਂ ਦੇ ਆਨਲਾਈਨ ਜਿਹੜੇ ਰਿਲੇਸ਼ਨਸ਼ਿਪ ਕ੍ਰੀਏਟ ਕੀਤੇ, ਜਿਨ੍ਹਾਂ ਨੂੰ ਕਈ ਵਾਰ ਲੋਕ ਆਪਸ ਟੀਨੇਜਰ ਮਿਲੇ ਵੀ ਨਹੀਂ ਹੁੰਦੇਗੇ ਬਹੁਤ ਦੂਰ ਦੀਆਂ ਕੰਟਰੀ ਦੇ ਵਿੱਚ। ਇੱਥੇ ਐਜ਼ ਅ ਪੇਰੈਂਟ ਸਾਨੂੰ ਇਹ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਪੈਣਾ ਮਿਸਟਰ ਤਿੰਡ, ਅਸੀਂ ਘਰ ਤੋਂ ਬਹੁਤ ਘੱਟ ਚੀਜ਼ਾਂ ਕੰਟਰੋਲ ਕਰ ਸਕਦੇ, ਪਰ ਸਾਡੇ ਘਰ ਦੇ ਵਿੱਚ ਅਸੀਂ ਕਿਹੜਾ ਮਾਡਲ ਰਿਲੇਸ਼ਨਸ਼ਿਪਸ ਦਾ ਐਕਸਪਲੋਰ ਕਰਦੇ ਹਾਂ, ਕਿਹੜਾ ਮਾਡਲ ਅਸੀਂ ਕਰਦੇ ਆਪਣੇ ਬੱਚਿਆਂ ਲਈ। ਇੱਥੇ ਪ੍ਰੋਬਲਮ ਸਾਡੀ ਇਹ ਨਹੀਂ ਕਿ ਸਾਡੇ ਬੱਚੇ ਐਕਸਪਲੋਰ ਕਰਨ ਰਿਲੇਸ਼ਨਸ਼ਿਪ, ਪਰ ਉਹ ਹੈਲਥੀ ਰਿਲੇਸ਼ਨਸ਼ਿਪ 'ਚ ਹੋਣ। ਪਰ ਉਹਨਾਂ ਨੂੰ ਹੈਲਥੀ ਰਿਲੇਸ਼ਨਸ਼ਿਪ ਦਾ ਮਾਡਲ ਕਿੱਥੋਂ ਮਿਲੂਗਾ? ਉਹ ਸਾਡੇ ਘਰਾਂ 'ਚੋਂ ਮਿਲੂਗਾ। ਅਸੀਂ ਰਿਸ਼ਤਿਆਂ ਦੇ ਵਿੱਚ ਕਿਵੇਂ ਫੰਕਸ਼ਨ ਕਰਦੇ ਹਾਂ। ਬਲਵਿੰਦਰ ਜੀ, ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਕਈ ਮਾਪੇ ਨਾ ਕਮੈਂਟ ਕਰਦੇ ਰਹਿੰਦੇ ਆ ਆਪਣੇ ਧੀਆਂ ਪੁੱਤਾਂ ਦੇ ਟੀਨੇਜਰ ਦੀ ਦੋਸਤੀ ਬਾਰੇ, ਉਹ ਨਹੀਂ ਚੰਗਾ, ਉਹਦੇ ਨਾਲ ਨਾ ਤੂੰ ਮਿਲਿਆ ਕਰ, ਉਹਦਾ ਫੋਨ ਇੱਥੇ ਕਿਉਂ ਆਉਂਦਾ, ਇਹ ਉਹ। ਕੀ ਮਾਪਿਆਂ ਨੂੰ ਟੀਨੇਜਰ ਦੀਆਂ ਦੋਸਤੀਆਂ ਦੇ ਉੱਤੇ ਟਿੱਪਣੀ ਕਰਨੀ ਚਾਹੀਦੀ ਹੈ ਜਾਂ ਨਹੀਂ? ਮਿਸਟਰ ਤਿੰਨ ਫਰਸਟ ਆਫ ਆਲ ਦੇਖੋ, ਸਾਡੇ ਬੱਚੇ ਨੂੰ ਐਂਡ ਜਿਹੜੇ ਕਲਚਰ ਦੇ ਵਿੱਚ ਅਸੀਂ ਰਹਿੰਦੇ ਨਾ, ਸਾਨੂੰ ਰਿਸ਼ਤਿਆਂ ਬਾਰੇ, ਸਾਨੂੰ ਇਹੋ ਜਿਹੇ ਰਿਸ਼ਤਿਆਂ ਬਾਰੇ ਸਾਡੇ ਮਾਂ-ਬਾਪ ਝਿਜਕਦੇ ਆ ਸਾਡੇ ਨਾਲ ਗੱਲ ਕਰਨ ਤੋਂ। ਇੱਕ ਮੁੰਡੇ ਕੁੜੀ ਦੇ ਰਿਸ਼ਤੇ ਬਾਰੇ, ਐਂਡ ਸਪੈਸ਼ਲੀ ਇੱਕ ਟੀਨੇਜਰ ਤੋਂ। ਸੋ ਇਹ ਜਿਹੜਾ ਐਜੂਕੇਸ਼ਨ ਲੈਵਲ ਹੈ ਇੱਕ ਪੇਰੈਂਟ ਲੈਵਲ ਤੇ ਬੰਦ ਕੀਤਾ ਹੋਇਆ, ਜਿਵੇਂ ਅਸੀਂ ਵੀ ਵੱਡੇ ਹੋ ਰਹੇ ਸੀਗੇ ਜਾਂ ਜਿਵੇਂ ਜਿਹੜੇ ਪੇਰੈਂਟ ਵੀ ਐਕਚੁਅਲੀ ਉਹ ਮਜਬੂਰ ਨੇ, ਬਿਕਾਜ਼ ਉਹਨਾਂ ਨੇ ਸਿੱਖਿਆ ਹੀ ਇਸ ਤਰੀਕੇ ਨਾਲ ਆ। ਉਹਨਾਂ ਨੇ ਕੰਡੀਸ਼ਨ ਹੀ ਇਸ ਤਰੀਕੇ ਨਾਲ ਕੀਤਾ ਕਿ ਜਦੋਂ ਸਾਡੇ ਬੱਚਿਆਂ ਦੇ ਸੋ ਇਸ ਜਿਹੜਾ ਕਨਵਰਸੇਸ਼ਨ ਹੈ, ਰਿਲੇਸ਼ਨਸ਼ਿਪ ਕਨਵਰਸੇਸ਼ਨ ਆ, ਅਸੀਂ ਐਜ਼ ਅ ਮਾਪੇ ਬੜੇ ਅਨਕੰਫਰਟੇਬਲ ਆ ਐਂਡ ਸਾਨੂੰ ਪਤਾ ਨਹੀਂ ਕਿ ਇਹਨਾਂ ਗੱਲਾਂ ਦੇ ਵਿੱਚ ਵਿਚਰਨਾ ਕਿਵੇਂ ਆ ਤੇ ਕਨਵਰਸੇਸ਼ਨ ਕਿਵੇਂ ਕਰਨੀ ਹੈ। ਸੋ ਬੇਸਿਕਲੀ ਅਸੀਂ ਇੱਕ ਜੱਜਮੈਂਟ ਵਾਲਾ ਮਾਹੌਲ ਬਣਾ ਦਿੰਦੇ ਆ, ਜੱਜ ਕਰਦੇ ਆ ਆਪਣੇ ਬੱਚਿਆਂ ਦੇ ਰਿਸ਼ਤਿਆਂ ਨੂੰ ਲੈ ਕੇ। ਐਂਡ ਅਗੇਨ ਮਿਸਟਰ ਤਿੰਨ, ਆਈ ਥਿੰਕ ਅਸੀਂ ਅਨਹੈਲਥੀ ਰਿਲੇਸ਼ਨਸ਼ਿਪ ਤੋਂ ਡਰਦੇ ਆ ਐਜ਼ ਅ ਮਾਪੇ। ਅਸੀਂ ਅਨਹੈਲਥੀ ਕਿਉਂਕਿ ਸਾਨੂੰ ਲੱਗਦਾ ਕਿ ਸ਼ਾਇਦ ਉਹੀ ਰਿਸ਼ਤੇ ਇਦਾਂ ਦੇ ਨਾ ਬਣ ਜਾਣ ਜਿੱਦਾਂ ਦੇ ਸਾਡੇ ਆ। ਸੋ ਇੱਥੇ ਸਾਨੂੰ ਬਦਲਣਾ ਪੈਣਾ ਕਿ ਸਾਡਾ ਬੱਚਾ ਬਾਹਰ ਜਾ ਕੇ ਉਹੀ ਚੀਜ਼ ਇੰਪ੍ਰਿੰਟ ਕਰੂਗਾ ਜਿਹੜੀ ਉਹਦੀ ਸਾਈਕੋਲੋਜੀ ਦੇ ਵਿੱਚ ਉਹਨੇ ਘਰ ਦੇ ਵਿੱਚ ਵੇਖੀ ਵੀ ਆ। ਜੇ ਉਹਨੇ ਘਰ ਦੇ ਵਿੱਚ ਇੱਕ ਸਟਰਗਲਿੰਗ ਰਿਲੇਸ਼ਨਸ਼ਿਪ ਦੇਖੇ ਵਿਆ, ਘਰ ਦੇ ਵਿੱਚ ਰਿਸ਼ਤੇ ਇਹੋ ਜਿਹੇ ਦੇਖੇ ਵਿਆ ਜਿਨ੍ਹਾਂ 'ਚ ਜ਼ਿਆਦਾ ਸਟਰਗਲ ਸੀ, ਚਾਂਸਸ ਦਾ ਤੁਹਾਡਾ ਬੱਚਾ ਬਾਹਰ ਜਾ ਕੇ ਰਿਸ਼ਤਿਆਂ ਦੇ ਵਿੱਚ ਸਟਰਗਲ ਕਰੂਗਾ। ਅੱਛਾ, ਇਹਦੇ ਵਿੱਚੋਂ ਜਿਹੜੀ ਟੀਨੇਜਰ ਦੋਸਤੀਆਂ ਦੇ ਵਿੱਚੋਂ ਕੋਈ ਸਕਿੱਲਸ ਵੀ ਨੇ ਜਿਹੜੇ ਬੱਚੇ ਇੱਕ ਦੂਜੇ ਤੋਂ ਸਿੱਖਦੇ ਆ?
ਦੇਖੋ ਮਿਸਟਰ ਥਿੰਡ, ਜੇ ਇੱਕ ਹੈਲਥੀ ਰਿਲੇਸ਼ਨਸ਼ਿਪ ਆ, ਤੁਹਾਨੂੰ ਇੱਕ ਰਿਸ਼ਤਿਆਂ ਦੇ ਵਿੱਚ ਐਕਸਪਲੋਰ ਕਰਨਾ ਆਉਂਦਾ ਵਾ, ਤੁਹਾਨੂੰ ਰਿਸ਼ਤਿਆਂ ਦੇ ਵਿੱਚ ਰਹਿਣਾ ਆਉਂਦਾ ਵਾ, ਇੱਕ ਲਰਨਿੰਗ ਪ੍ਰੋਸੈਸ ਵੀ ਹੋ ਸਕਦੀ ਹੈ ਜੇ ਇਹਨੂੰ ਇੱਕ ਪੋਜ਼ਿਟਿਵ ਮਾਈਂਡਸੈਟ ਨਾਲ ਲਵੋ। ਜਿਵੇਂ ਇੱਕ ਬ੍ਰੇਕਅਪ ਦੇ ਵਿੱਚੋਂ ਕਿਵੇਂ ਨਿਕਲਣਾ, ਆਪਣੇ ਆਪ ਨੂੰ ਸੈਲਫ ਰੈਗੂਲੇਟ ਕਿਵੇਂ ਕਰਨਾ, ਜਦੋਂ ਤੁਹਾਡਾ ਰਿਸ਼ਤਿਆਂ ਦਾ ਟੁੱਟਣਾ। ਸੋ ਇਹ ਜਿਹੜੇ ਚੈਲੰਜਸ ਆ, ਇਹਨਾਂ ਚੋਂ ਅਸੀਂ ਸਿੱਖ ਕੇ ਵੀ ਨਿਕਲ ਸਕਦੇ ਹਾਂ। ਪਰ ਦ ਪ੍ਰੋਬਲਮ ਇਜ਼, ਸਾਡੇ ਕੋਲ ਨਾਰਮਲੀ ਜਦੋਂ ਬ੍ਰੇਕਅਪਸ ਹੁੰਦੀਆਂ ਵਾ, ਟੀਨੇਜਰ ਬ੍ਰੇਕਅਪਸ ਹੁੰਦੀਆਂ ਵਾ, ਅਸੀਂ ਗੱਲ ਨਹੀਂ ਕਰਦੇ, ਕੋਈ ਕਿਸੇ ਕੋਲ ਗੱਲ ਹੀ ਨਹੀਂ ਕਰਦਾ, ਐਂਡ ਸਪੈਸ਼ਲੀ ਪੇਰੈਂਟ ਕੋਲ ਤਾਂ ਕਦੇ ਨਹੀਂ ਬੱਚਾ ਗੱਲ ਕਰਦਾ। ਸੋ ਉਹ ਇਹਨਾਂ ਮਦਦ ਤੋਂ ਵਾਂਝਾ ਰਹਿੰਦਾ ਵਾ। ਫॉर एग्जांपल ਜੇ ਇੱਕ ਬੱਚਾ ਵਾ ਜਿਹਦਾ ਬ੍ਰੇਕਅਪ ਹੋਇਆ ਵਾ, ਐਂਡ ਉਹ ਰੂਮ ਦੇ ਵਿੱਚ ਹੀ ਬੈਠਾ, ਰੂਮ ਚੋਂ ਨਿਕਲ ਨਹੀਂ ਰਿਹਾ, ਕਿ ਉਹ ਬ੍ਰੇਕਅਪ ਬਾਰੇ ਆਪਦੇ ਮਾਂ-ਬਾਪ ਕੋਲ ਤਾਂ ਗੱਲ ਨਹੀਂ ਕਰ ਸਕੂਗਾ, ਬਿਕਾਜ਼ ਇਹੀ ਮੰਨਣਾ ਕਿ ਮੇਰਾ ਇੱਕ ਰਿਸ਼ਤਾ ਸੀ ਤੇ ਮੈਂ ਟੁੱਟ ਗਿਆ, ਤੇ ਹੋ ਸਕਦਾ ਘਰੋਂ ਝੜਕਾ ਪੈਣ ਵੀ ਪਹਿਲਾ ਰਿਸ਼ਤਾ ਬਣਾਇਆ ਕਿਉਂ ਸੀ, ਇਸ ਉਮਰ ਚ ਬਣਾਇਆ ਕਿਉਂ ਸੀ। ਸੋ ਆਈ ਥਿੰਕ ਜਿਹੜਾ ਆ ਜੱਜਮੈਂਟ ਆ, ਐਂਡ ਆ ਜਿਹੜੀ ਜਿਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਕਮੈਂਟ ਕਰਦੇ ਆ, ਕ੍ਰਿਟਿਸਾਈਜ਼ ਕਰਦੇ ਆ, ਇਹ ਐਕਚੁਅਲੀ ਉਹਨਾਂ ਲਈ ਚੈਲੰਜ ਵੱਡਾ ਬਣਾ ਦਿੰਦਾ। ਆਲਰੇਡੀ ਉਹਨਾਂ ਦੀ ਜਿਹੜਾ ਟੀਨੇਜ ਈਅਰਸ ਆ, ਆਲਰੇਡੀ ਇਹ ਬਹੁਤ ਵੱਡਾ ਚੈਲੰਜ ਆ ਉਹਨਾਂ ਲਈ, ਬਹੁਤ ਕੁਝ ਉਹਨਾਂ ਦੇ ਦਿਮਾਗ ਦੇ ਵਿੱਚ ਡਿਵੈਲਪ ਹੋ ਕੀ ਅਸੀਂ ਜਾਂਦਾ। ਹੁਣ ਇਹ ਸਮਝੀਏ ਬਈ ਜਿਹੜੇ ਟੀਨੇਜਰ ਦੀਆਂ ਦੋਸਤੀਆਂ ਨੇ, ਇਹ ਐਡਲਟ ਰਿਸ਼ਤਿਆਂ ਲਈ ਇੱਕ ਟ੍ਰੇਨਿੰਗ ਗਰਾਊਂਡ ਹੈ? ਦੇਖੋ ਮਿਸਟਰ ਥਿੰਡ, ਇਹਨੂੰ ਅਸੀਂ ਟ੍ਰੇਨਿੰਗ ਨਹੀਂ, ਇਹਨੂੰ ਅਸੀਂ ਇਵੇਂ ਕਹਿ ਸਕਦੇ ਕਿ ਇੱਕ ਹੈਲਥੀ ਰਿਸ਼ਤੇ ਬਣਾਉਣ ਦੀ ਸਕਿੱਲ ਡਿਵੈਲਪ ਕਰਨੀ, ਆਪਦੇ ਆਪ ਨੂੰ। ਪਰ ਉਹ ਤਾਂ ਡਿਵੈਲਪ ਹੋ ਸਕਦੀ ਹੈ ਜੇ ਅਸੀਂ ਐਜ਼ ਅ ਪੈਰੈਂਟ ਦੇ ਤੌਰ ਤੇ ਅਸੀਂ ਇੱਕ ਸਪੋਰਟ ਪ੍ਰੋਵਾਈਡ ਕਰਾਂਗੇ, ਰੈਦਰ ਦੈਨ ਜੱਜਮੈਂਟ, ਰੈਦਰ ਦੈਨ ਕ੍ਰਿਟਿਸਿਜ਼ਮ, ਜੇ ਅਸੀਂ ਉਹਨਾਂ ਨੂੰ ਕ੍ਰਸ਼ ਕਰਾਂਗੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਨਿਕਲ ਕੇ। ਸੋ ਜੀ ਹਾਂ, ਇੱਕ ਹੈਲਥੀ ਸਕਿੱਲ ਰਿਲੇਸ਼ਨਸ਼ਿਪ ਦੀ ਬਣ ਸਕਦੀ ਹੈ। ਤੁਸੀਂ ਸਿੱਖਦੇ, ਅਸੀਂ ਆਪਦੇ ਲਾਈਫ ਚੈਲੰਜਸ ਤੋਂ ਸਿੱਖਦੇ ਹਾਂ। ਤੁਸੀਂ ਕੋਈ ਜੌਬ ਕਰਦੇ ਆ, ਤੁਸੀਂ ਇੱਕ ਦਿਨ ਜਾ ਕੇ ਤਾਂ ਨਹੀਂ ਉੱਥੇ ਜੌਬ ਤੇ ਪਰਫੈਕਟ ਹੋ ਜਾਂਦੇ ਨਾ, ਰਿਸ਼ਤੇ ਵੀ ਇਦਾਂ ਹੀ ਆ, ਤੁਹਾਨੂੰ ਟਾਈਮ ਲੱਗਦਾ ਵਾ। ਐਂਡ ਜੇ ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਸਟਾਰਟ ਕੀਤਾ, 5-6 ਸਾਲਾਂ ਚ ਤਾਂ ਤੁਸੀਂ ਬਹੁਤ ਵਧੀਆ ਇਲੈਕਟ੍ਰੀਸ਼ੀਅਨ ਬਣ ਜਾਓਗੇ, ਜਾਂ ਇੱਕ ਦਿਨ ਪਹਿਲਾਂ ਜਿਹਨੇ ਇੱਕ ਦਿਨ ਸ਼ੁਰੂ ਕੀਤਾ ਵਾ, ਰਾਈਟ। ਸੋ ਜੀ ਹਾਂ, ਅਸੀਂ ਰਿਸ਼ਤਿਆਂ ਦੀ ਜਿਹੜੀ ਵੀ, ਐਂਡ ਇਹ ਚੰਗੀ ਚੀਜ਼ ਹੈ ਕਿ ਅਸੀਂ ਰਿਸ਼ਤਿਆਂ ਦੇ ਵਿੱਚ ਮਾਫ ਐਕਸਪਲੋਰ ਕਰਨਾ, ਕਰਨਾ। ਮੈਂ ਇਹਦੇ ਨਾਲ ਇਸ ਕਰਕੇ ਸਹਿਮਤ ਨਹੀਂ, ਕਿਉਂਕਿ ਇਲੈਕਟ੍ਰੀਸ਼ੀਅਨ ਜਦੋਂ ਤੁਸੀਂ ਬਣਦੇ ਹੋ ਨਾ, ਤੁਸੀਂ ਸੁੱਚਾਂ ਕੱਟਦੀਆਂ, ਤਾਰਾਂ ਕੱਟਦੀਆਂ, ਤੁਸੀਂ ਬੇਜਾਨ ਚੀਜ਼ਾਂ ਨਾਲ ਡੀਲ ਕਰ ਰਹੇ ਹੋ। ਜਦ ਤੁਸੀਂ ਰਿਸ਼ਤਿਆਂ ਦੀ ਟ੍ਰੇਨਿੰਗ ਲੈ ਰਹੇ ਹੋ, ਤੁਸੀਂ ਇਨਸਾਨਾਂ ਦੇ ਜਜ਼ਬਿਆਂ ਨਾਲ, ਉਹਦੇ ਦਿਲ ਨਾਲ, ਉਹਦੀ ਇਮੋਸ਼ਨਸ ਨਾਲ ਤੁਸੀਂ ਨਹੀਂ ਖੇਲ ਸਕਦੇ। ਇਹ ਟ੍ਰੇਨਿੰਗ ਜੀ ਹਾਂ, ਜਿਹੜੀ ਆ, ਇਲੈਕਟ੍ਰੀਸ਼ੀਅਨ ਦੀ ਟ੍ਰੇਨਿੰਗ ਨਾਲ ਤਸ਼ਬੀਹ ਦੇਣੀ ਸ਼ਾਇਦ ਮੁਨਾਸਿਬ ਨਹੀਂ ਹੈ, ਕਿਉਂਕਿ ਜੇ ਕਈ ਲੋਕਾਂ ਦੇ ਉੱਤੇ ਇੰਪੈਕਟ ਇੰਨਾ ਪੈ ਜਾਂਦਾ, ਟੀਨੇਜਰ ਦਾ ਰਿਸ਼ਤਾ ਟੁੱਟ ਗਿਆ, ਉਹਦਾ ਦਿਲ ਟੁੱਟ ਗਿਆ, ਸਾਰੀ ਉਮਰ ਸ਼ਾਇਦ ਉਹਦੇ ਤੇ ਇੰਪੈਕਟ ਰਹਿ ਜਾਏ। ਪਰ ਜੇ ਤੁਸੀਂ ਸੁੱਚ ਕੱਟ ਕੇ ਸਿੱਟ ਦਿੱਤੀ, ਤਾਂ ਸੁੱਚ ਚਲੀ ਜਾਏਗੀ, ਹੋਰ ਸੁੱਚ ਲਾ ਦੇਗਾ। ਮਿਸਟਰ ਤਿੰਨ, ਦੇਖੋ, ਐਂਡ ਐਗਜ਼ੈਕਟਲੀ ਸਾਡਾ ਇਹੀ ਰਿਸ਼ਤਿਆਂ ਦੇ ਪ੍ਰਤੀ ਸਾਡਾ ਇਹ ਜਿਹੜਾ ਸਾਡੀ ਫਲੈਕਸੀਬਿਲਿਟੀ, ਸਾਡੀ ਲਰਨਿੰਗ ਘੱਟ ਆ ਰਿਸ਼ਤਿਆਂ ਪ੍ਰਤੀ। ਅਸੀਂ ਰਿਸ਼ਤਿਆਂ ਦੇ ਵਿੱਚ ਕਮਿਊਨੀਕੇਸ਼ਨ ਸਕਿੱਲ ਸਿੱਖਦੇ ਹਾਂ, ਅਸੀਂ ਰਿਸ਼ਤਿਆਂ ਦੇ ਵਿੱਚ ਐਮਪੈਥੀ ਸਕਿੱਲਸ ਸਿੱਖਦੇ ਹਾਂ, ਐਂਡ ਅਸੀਂ ਰਿਸ਼ਤਿਆਂ ਦੇ ਵਿੱਚ ਇੱਕ ਦੂਜੇ ਦੀ ਰਿਸਪੈਕਟ ਕਰਨਾ, ਇਹਦੇ ਵਕਤ ਦੇ ਨਾਲ ਆਉਂਦਾ, ਉਹ ਟਾਈਮ ਦੇ ਨਾਲ ਆਉਂਦਾ, ਉਹ ਐਕਸਪੀਰੀਅੰਸਿਸ ਦੇ ਨਾਲ ਆਉਂਦਾ ਵਾ। ਐਂਡ ਜੇ ਅਸੀਂ ਇਹਨਾਂ ਨੂੰ ਇੱਕ ਰਿਸ਼ਤਿਆਂ ਨੂੰ ਇਦਾਂ ਸਮਝਾਂਗੇ ਕਿ ਅਸੀਂ ਫॉर ਐਗਜ਼ਾਮਪਲ ਆਪਦੇ ਆਪ ਨੂੰ ਸੈਲਫ ਰੈਗੂਲੇਟ ਸਿੱਖਣਾ, ਅਸੀਂ ਦੂਸਰੇ ਦੀ ਇੱਜ਼ਤ ਕਰਨੀ ਆ। ਆਮ ਤੁਸੀਂ ਦੇਖ ਲਓ, ਅੱਜ ਮੈਂ ਇੱਕ ਆਰਟੀਕਲ ਪੜ੍ਹ ਰਹੀ ਸੀ, ਬਹੁਤ ਜ਼ਿਆਦਾ ਜਿਹੜੇ ਵੱਡੇ ਲੋਕ ਆ, ਗੋਸਟਿੰਗ ਐਕਸਪੀਰੀਅੰਸ ਬਹੁਤ ਵੱਧ ਗਿਆ। ਆਈ ਡੋਨਟ ਨੋ, ਤੁਸੀਂ ਕਦੇ ਸੁਣੀ ਹੋਗੀ ਗੋਸਟ, ਐਂਡ ਟੀਨੇਜਰਸ ਵੀ ਬਹੁਤ ਵੱਧ ਗਿਆ। ਗੋਸਟਿੰਗ ਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਨਾਲ ਰਿਸ਼ਤੇ 'ਚ ਸੀ 3-4 ਮਹੀਨੇ, ਐਂਡ ਤੁਸੀਂ ਸਡਨਲੀ ਡਿਸਅਪੀਅਰ ਹੋ ਗਏ, ਤੇ ਤੁਸੀਂ ਸਡਨਲੀ ਡਿਸਅਪੀਅਰ ਹੋ ਗਏ, ਪਰ ਜਿਹੜਾ ਇਨਸਾਨ ਨੂੰ ਪਤਾ ਵੀ ਨਹੀਂ ਤੁਸੀਂ ਕਿਉਂ ਡਿਸਅਪੀਅਰ ਹੋਏ, ਉਹਦੀ ਮਾਨਸਿਕ ਸਿਹਤ ਬਹੁਤ ਖਰਾਬ ਹੋ ਗਈ, ਕਿ ਉਹਨੂੰ ਪਤਾ ਵੀ ਨਹੀਂ ਤੁਸੀਂ ਕਿਉਂ ਡਿਸਅਪੀਅਰ ਹੋਏ। ਸਿਰਫ ਇਸੇ ਕਰਕੇ ਕਿਉਂਕਿ ਜਿਹੜੇ ਆ ਟੀਨੇਜਰ, ਜਿਹੜੀਆਂ ਅਸੀਂ ਵੱਡੀ ਉਮਰ ਦੇ ਵਿੱਚ ਵੀ ਜਾਂਦੇ ਆ, ਅਸੀਂ ਅਨਕੰਫਰਟੇਬਲ ਕਨਵਰਸੇਸ਼ਨ ਨੂੰ ਅਵੋਇਡ ਕਰਦੇ ਆ। ਸਾਨੂੰ ਡਰ ਲੱਗਦਾ ਹੈ ਅਨਕੰਫਰਟੇਬਲ ਕਨਵਰਸੇਸ਼ਨ ਨੂੰ, ਸਾਨੂੰ ਡਰ ਲੱਗਦਾ ਹੈ ਕਹਿੰਦਿਆਂ ਹੋਇਆ ਕਿ ਮੈਂ ਕੋਸ਼ਿਸ਼ ਕੀਤੀ ਇਸ ਰਿਸ਼ਤੇ ਨੂੰ ਹੈਲਥੀ ਬਣਾਉਣ ਵਾਸਤੇ, ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਲਈ ਆਪਾਂ ਕੰਪੈਟੀਬਲ ਆ, ਪਰ ਐਕਚੁਅਲੀ ਆਪਾਂ ਕੰਪੈਟੀਬਲ ਨਹੀਂ ਹੈਗੇ। ਮੈਂ ਇਹਦੇ ਤੁਹਾਡੀ ਨਾਲ ਬਹੁਤ ਕੋਈ ਸੈਂਸ ਆਫ ਸਿਕਿਉਰਿਟੀ ਵੀ ਮਿਲਦੀ ਹੈ, ਜਿਹੜੇ ਟੀਨੇਜਰਸ ਇਕੱਠੇ ਬੈਠਦੇ ਆ, ਆਪਣੇ ਦੋਸਤਾਂ ਨਾਲ ਬਾਰ-ਬਾਰ ਗੱਲ ਕਰਦੇ ਆ, ਬਾਰ-ਬਾਰ ਫੋਨ ਕਰਦੇ ਆ, ਕੋਈ ਫੀਲਿੰਗ ਆਫ ਜਾਂ ਸੈਂਸ ਆਫ ਸਿਕਿਉਰਿਟੀ ਹੈ ਇਹਦੇ ਚ? ਫॉर श्योर मिस्टर थिंड, ਅੱਜ ਉਹਨਾਂ ਨੇ ਸਾਰਾ ਰਿਸਰਚ ਵੀ ਇਸ ਚੀਜ਼ ਦਾ ਦਾਵਾ ਕਰਦਾ ਵਾ ਕਿ ਉਹਨਾਂ ਨੇ ਬਹੁਤ ਲੋਕਾਂ ਤੇ ਬਹੁਤ ਵੱਡਾ ਰਿਸਰਚ ਚੱਲਿਆ, ਉਹਨਾਂ ਨੇ ਲੋਕਾਂ ਦੀ ਉਮਰ ਨਾਪੀ, ਤੇ ਉੱਥੇ ਉਹਨਾਂ ਨੇ ਕਿਹਾ ਜਿਨ੍ਹਾਂ ਲੋਕਾਂ ਦੇ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ, ਜਿਨ੍ਹਾਂ ਲੋਕਾਂ ਦੇ ਰਿਸ਼ਤੇ ਵਧੀਆ ਸੀ, ਉਹਨਾਂ ਲੋਕਾਂ ਦੀ ਜ਼ਿੰਦਗੀ ਖੁਸ਼ ਰਹੀ ਆ। ਨਾ ਕਿ ਉਹਨਾਂ ਲੋਕਾਂ ਦੀ ਜਿਨ੍ਹਾਂ ਕੋਲ ਬਹੁਤ ਵੱਡੀਆਂ ਜੌਬ ਸੀ, ਨਾ ਕਿ ਉਹਨਾਂ ਲੋਕਾਂ ਕੋਲ ਜਿਨ੍ਹਾਂ ਦੇ ਬਹੁਤ ਵੱਡਾ ਪੈਸਾ ਸੀ, ਨਾ ਉਹਨਾਂ ਦੀ। ਸੋ ਉਹਨਾਂ ਲੋਕਾਂ ਦੀ ਜ਼ਿੰਦਗੀ ਖੁਸ਼ ਰਹੀ ਜਿਨ੍ਹਾਂ ਲੋਕਾਂ ਕੋਲ ਹੈਲਥੀ ਰਿਸ਼ਤੇ ਸੀ, ਤੰਦਰੁਸਤ ਰਿਸ਼ਤੇ ਸੀ, ਜਿਨ੍ਹਾਂ ਰਿਸ਼ਤਿਆਂ ਦੇ ਵਿੱਚ। ਐਂਡ ਆਫ ਕੋਰਸ ਬਿਕਾਜ਼ ਸਾਨੂੰ ਜਿਵੇਂ ਤੁਸੀਂ ਕਿਹਾਗਾ ਕਿ ਜੇ ਅਸੀਂ ਕਿਸੇ ਨੂੰ ਹਰਟ
ਹਰਟ ਕਰਦੇ ਹਾਂ, ਦੂਸਰਾ ਇਨਸਾਨ ਨੂੰ ਅਸੀਂ ਬਹੁਤ ਹਰਟ ਕਰ ਸਕਦੇ ਹਾਂ, ਪਰ ਉਹਨਾਂ ਨਾਲ ਵੀ ਅਸੀਂ ਡੀਲ ਕਿਵੇਂ ਕਰਨਾ? ਇੱਕ ਹਰਟ ਜਦੋਂ ਅਸੀਂ ਕਿਸੇ ਨੂੰ ਕਰਦੇ ਹਾਂ ਉਹਦੇ ਨਾਲ ਵੀ ਅਸੀਂ ਹਮਦਰਦੀ ਕਿਵੇਂ ਦਿਖਾਉਣੀ ਆ, ਪਰ ਜਦੋਂ ਅਸੀਂ ਹਰਟ ਮਹਿਸੂਸ ਵੀ ਕਰਦੇ ਹਾਂ ਉਹਦੇ ਵਿੱਚੋਂ ਵੀ ਅਸੀਂ ਕਿਵੇਂ ਨਿਕਲਣਾ? ਪਰ ਇਹ ਚੀਜ਼ਾਂ ਅਸੀਂ ਰਿਸ਼ਤਿਆਂ ਦੇ ਵਿੱਚੋਂ ਸਿੱਖ ਸਕਦੇ ਹਾਂ। ਜੇ ਅਸੀਂ ਕਦੇ ਟੁੱਟਿਆ ਹੀ ਨਹੀਂ ਸਾਡਾ ਦਿਲ, ਤੇ ਸਾਨੂੰ ਪਤਾ ਨਹੀਂ ਲੱਗੂਗਾ ਕਿ ਟੁੱਟੇ ਦਿਲ ਨੂੰ ਸਾਂਭੀਦਾ ਵੀ ਕਿਵੇਂ ਆ, ਰਾਈਟ? ਸੋ ਇੱਕ ਸਕਿੱਲ ਆ। ਐਂਡ ਜੇ ਅਸੀਂ ਕਿਸੇ ਦਾ ਦਿਲ ਦਾ ਦੁੱਖ ਕਦੇ ਮਹਿਸੂਸ ਹੀ ਨਹੀਂ ਕੀਤਾ, ਸਾਨੂੰ ਕੀ ਪਤਾ ਕਿ ਅਸੀਂ ਕਿਸੇ ਦੀ ਰਿਸਪੈਕਟ ਕਿਵੇਂ ਕਰਨੀ ਆ, ਅਸੀਂ ਕਿਸੇ ਦੀ ਟੇਕ ਕੇਅਰ ਕਿਵੇਂ ਕਰਨੀ ਆ, ਅਸੀਂ ਰਿਸਪੈਕਟਫੁਲੀ ਕਿਸੇ ਤੋਂ ਕਿਵੇਂ ਵਾਕ ਆਊਟ ਕਰਨਾ, ਰਿਸਪੈਕਟਫੁਲੀ, not ghosting, not ignoring, not unhealthy, but respectfully। ਜਿੰਨਾ ਟਾਈਮ ਉਹਨਾਂ ਨੇ ਤੁਹਾਡੇ ਨਾਲ ਸਪੈਂਡ ਕੀਤਾ, ਉਹਨਾਂ ਨੂੰ ਕਲੋਜ਼ਰ ਮਿਲੇ, ਉਹਨਾਂ ਨੂੰ ਪ੍ਰੋਪਰਲੀ, ਜਿਹੜੇ ਰਿਸ਼ਤੇ 'ਚ ਤੁਹਾਡੇ ਲੋਕ ਸੀ ਉਹਨਾਂ ਨੂੰ ਪ੍ਰੋਪਰ ਕਲੀਅਰ ਡਾਇਰੈਕਸ਼ਨ ਹੋਵੇ ਕਿ ਯੈਸ ਇਸ ਰਿਸ਼ਤੇ ਤੋਂ ਬਾਅਦ ਸਾਡਾ ਫਿਊਚਰ ਨਹੀਂ ਹੈਗਾ ਤੇ ਅਸੀਂ ਦੋਨਾਂ ਨੇ ਅੱਡ-ਅੱਡ ਜਾਣਾ। ਨਾ ਕਿ ਇੱਕ ਇਨਸਾਨ ਤੁਹਾਡੇ ਟੈਕਸਟ ਮੈਸੇਜ ਜਾਂ WhatsApp ਵੇਟ ਕਰਦਾ ਰਹੇ ਵੀ ਪਤਾ ਨਹੀਂ ਦੂਸਰਾ ਹੋ ਸਕਦਾ ਦੂਸਰੇ ਦੀ ਡੈਥ ਹੋ ਗਈ ਹੋਵੇ, ਬਿਕਾਜ਼ ਇਹ ਬਹੁਤ ਚੱਲ ਰਿਹਾ, ਗੋਸਟਿੰਗ ਬਹੁਤ ਜ਼ਿਆਦਾ ਚੱਲ ਰਹੀ ਆ। ਅੱਛਾ, ਸੈਂਸ ਆਫ ਬਿਲੋਂਗਿੰਗ ਹੈ ਜਿਹੜੀ, ਉਹ ਕਿੰਨੀ ਕੁ ਇੰਪੋਰਟੈਂਟ ਹੈ ਟੀਨੇਜਰਸ ਲਈ, ਤੇ ਦੋਸਤੀ ਉਹ 'ਚ ਕੀ ਰੋਲ ਨਿਭਾਉਂਦੀ? ਮਿਸਟਰ ਸਿੰਧ, ਸੈਂਸ ਆਫ ਬਿਲੋਂਗਿੰਗ ਦਾ ਮਤਲਬ ਹੈ ਕਿ ਅਸੀਂ ਕਿਸੇ ਦੇ ਹਾਂ। ਐਂਡ ਤੁਸੀਂ ਆਮ ਦੇਖ ਲਓ ਕਿ ਸਾਡੇ ਲਈ ਵੀ ਬੜਾ ਜ਼ਰੂਰੀ ਹੈ। ਸਾਨੂੰ ਕੋਈ ਕਹਿੰਦਾ ਤੂੰ ਮੇਰੇ, ਤੁਸੀਂ ਦੇਖੋ ਫੋਰ ਐਗਜ਼ਾਮਪਲ ਜੇ ਤੁਸੀਂ ਕਿਸੇ ਵੀ ਵੱਖਰੇ ਦੇਸ਼ 'ਚ ਜਾਵੋ ਤੇ ਉੱਥੋਂ ਤੁਸੀਂ ਇੱਕ ਪੰਜਾਬੀ ਨੂੰ ਦੇਖ ਲਓ ਤੇ ਤੁਹਾਨੂੰ ਸਡਨਲੀ ਖੁਸ਼ੀ ਹੁੰਦੀ ਆ, ਤੁਹਾਨੂੰ ਲੱਗਦਾ ਕਿ ਇਹ ਆਪਣਾ ਵਾ, ਇਹ ਅਸੀਂ ਕਹਿੰਦੇ ਨਾ ਇਹ ਤਾਂ ਆਪਣਾ ਵਾ, ਤੇ ਪਰ ਜੇ ਤੁਸੀਂ ਇੱਕ ਸਰੀ ਦੇ ਵਿੱਚ ਆ ਤੇ ਫਿਰ ਤੁਸੀਂ ਕੋਈ ਇਹ ਜਿਹਾ ਲੱਭਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਤੁਹਾਡੇ ਪਿੰਡ ਕੋਲ ਦਾ ਜਾਂ ਤੁਹਾਡੇ ਸ਼ਹਿਰ ਕੋਲ ਦਾ ਜਾਂ ਇੰਡੀਆ 'ਚ ਤੁਹਾਨੂੰ ਸੇਮ ਇੱਕ ਰੀਜਨ 'ਚੋਂ ਬਿਲੋਂਗ ਕਰਦਾ ਵਾ। ਸੋ ਬਿਲੋਂਗਿੰਗ ਸਾਡੇ ਲਈ, ਸਾਡੇ ਦਿਮਾਗ ਲਈ ਸਾਨੂੰ ਸੇਫ ਮਹਿਸੂਸ ਕਰਵਾਉਂਦੀ ਹੈ, ਉਹ ਸਾਡੇ ਸਾਰਿਆਂ ਲਈ ਆ। ਸੋ ਜਿਹੜੀਆਂ ਸੀਕਿੰਗ ਅਟੈਚਮੈਂਟਸ ਆ, ਰਿਸ਼ਤਿਆਂ ਲਈ ਅਟੈਚਮੈਂਟ ਕਰਨਾ ਵਾ, ਉਹ ਸਾਡੀ ਸਾਰੀ ਉਮਰ ਸਾਡੇ ਨਾਲ ਰਹਿੰਦਾ। ਟੀਨੇਜਰ ਦਾ ਇਹ ਡੇਂਜਰਸ ਕਿਉਂ ਹੁੰਦਾ? ਕਿਉਂਕਿ ਟੀਨੇਜਰ ਦਾ ਇੱਕ ਤਾਂ ਇੰਟੈਂਸ ਇਮੋਸ਼ਨਸ ਹੁੰਦੀਆਂ, ਇੱਕ ਉਹਨਾਂ ਨੂੰ ਨਵੇਂ ਦੀ ਬਹੁਤ ਭਾਲ ਹੁੰਦੀ ਆ। ਟੀਨੇਜਰ ਈਅਰਸ ਦੇ ਵਿੱਚ ਸਾਨੂੰ ਇੱਕ ਨਵਾਂ ਕੁਝ ਚਾਹੀਦਾ, ਐਂਡ ਇਹ ਕੁਦਰਤ ਨੇ ਚੰਗੀ ਚੀਜ਼ ਪਾਈ ਹੈ ਸਾਡੇ ਦਿਮਾਗ ਦੇ ਵਿੱਚ। ਜੇ ਸਾਡੇ ਉਸ ਉਮਰ ਦੇ ਵਿੱਚ ਕੋਈ ਨਵਾਂ ਕਰਨ ਦਾ ਜਜ਼ਬਾ ਨਾ ਜਾਗੇ ਤੇ ਤੁਹਾਨੂੰ ਪਤਾ ਜਿਹੜੀਆਂ ਇੰਨੀਆਂ ਕਾਢਾਂ ਹੋਈਆਂ ਹੋ ਹੀ ਨਹੀਂ ਸਕਣਗੀਆਂ ਸੀ। ਪਰ ਜਿਹੜੀ ਟੀਨੇਜਰਸ ਦੀ ਦੋਸਤੀਆਂ ਦੇ ਵਿੱਚ ਜਾਂ ਇਹਨਾਂ ਦੇ ਕੱਚੇ ਪੱਕੇ ਪਿਆਰ 'ਚ ਟ੍ਰੈਜਡੀਜ਼ ਵਾਪਰਦੀਆਂ ਨੇ, ਉਹ ਕਬਜ਼ੇ ਦੀ ਭਾਵਨਾ ਨਾਲ ਆ। ਹੁਣ ਜੇ ਕੋਈ ਮੁੰਡਾ ਇਹ ਸਮਝਦਾ ਹੈ ਇਹ ਕੁੜੀ ਮੇਰੀ ਦੋਸਤ ਹੈ, ਹੁਣ ਮੇਰੀ ਹੀ ਦੋਸਤ ਰਹੇ, ਬਸ ਹੋਰ ਕਿਸੇ ਦੀ ਦੋਸਤ ਨਾ ਬਣੇ, ਉਹ ਜਿਹੜੀ ਕਬਜ਼ੇ ਦੀ ਭਾਵਨਾ ਹੈ, ਉਹਨੂੰ ਪੋਸੈਸ ਕਰਨ ਦੀ ਭਾਵਨਾ, ਉਹ ਫਿਰ ਕਈ ਵਾਰੀ ਵਾਇਲੈਂਟ ਰੂਪ ਧਾਰਨ ਕਰ ਜਾਂਦੀ। ਐਂਡ ਜੀ ਹਾਂ, ਐਂਡ ਬਹੁਤ ਸਾਰੇ ਰਿਸ਼ਤੇ ਆ ਜਿਹੜੇ ਟੀਨੇਜਰ ਜਿੱਥੇ ਵਾਇਲੈਂਸ ਹੁੰਦਾ ਵਾ, ਜਿੱਥੇ ਉਹਨਾਂ ਰਿਸ਼ਤਿਆਂ 'ਚ ਕਿਉਂਕਿ ਅਸੀਂ ਅਨਹੈਲਥੀ ਰਿਸ਼ਤੇ ਸਿੱਖੇ ਵੇ ਆ। ਸਾਨੂੰ ਹੈਲਥੀ ਰਿਸ਼ਤਿਆਂ ਦੇ ਵਿੱਚ ਰਹਿਣਾ, ਐਗਜ਼ਿਸਟ ਕਰਨਾ ਔਖਾ, ਐਂਡ ਇਸੇ ਚੀਜ਼ ਤੋਂ ਅਸੀਂ ਡਰਦੇ ਹਾਂ। ਸੋ ਜਦੋਂ ਅਸੀਂ ਆਪਦੇ ਘਰਾਂ ਦੇ ਵਿੱਚ ਇਹੋ ਜਿਹੇ ਰਿਸ਼ਤੇ ਮਿਸਟਰ ਥਿੰਡ ਪੋਰਟਰੇ ਕਰਨ ਲੱਗ ਜਾਵਾਂਗੇ ਨਾ, ਜਿੱਥੇ ਅਸੀਂ ਪੋਜੈਸਿਵਨੈਸ ਨਹੀਂ ਕਰਾਂਗੇ, ਜਿੱਥੇ ਅਸੀਂ ਕੰਟਰੋਲ ਘੱਟ ਵਰਤਾਂਗੇ, ਜਿੱਥੇ ਅਸੀਂ ਇੱਕ ਦੂਜੇ ਦੀ ਕਮਿਊਨੀਕੇਸ਼ਨ, ਇੱਕ ਦੂਜੇ ਦੀ ਹਮਦਰਦੀ, ਇੱਕ ਦੂਜੇ ਲਈ ਰਿਸਪੈਕਟ, ਅਸੀਂ ਇਹਨਾਂ ਚੀਜ਼ ਆਪਦੇ ਘਰ ਦੇ ਵਿੱਚ ਇਹ ਚੀਜ਼ਾਂ ਦਿਖਾਉਣ ਲੱਗੇ। ਇੱਕ ਹਸਬੈਂਡ ਵਾਈਫ ਕਿਵੇਂ ਰਹਿੰਦੇ ਆ ਘਰ ਦੇ ਵਿੱਚ, ਉਹ ਬਹੁਤ ਵੱਡਾ ਮਾਡਲ ਆ। ਇੱਕ ਬੱਚੇ ਤੇ ਇੱਕ ਬਾਪ ਦੇ ਵਿੱਚ ਕਿਹੋ ਜਿਹਾ ਰਿਸ਼ਤਾ, ਉਹ ਬੜਾ ਵੱਡਾ ਮਾਡਲ ਆ ਰਿਸ਼ਤੇ ਦਾ। ਸੋ ਜਦੋਂ ਇਹ ਸਾਡੇ ਰਿਸ਼ਤੇ ਹੈਲਥੀ ਹੋਣ ਲੱਗ ਗਏ, ਸਾਨੂੰ ਵਰੀ ਕਰਨ ਦੀ ਲੋੜ ਨਹੀਂ ਪਊ, ਕਿਉਂਕਿ ਸਾਡੇ ਬੱਚੇ ਫਿਰ ਇਦਾਂ ਦੇ ਰਿਸ਼ਤੇ ਹੀ ਬਾਹਰ ਜਾ ਕੇ ਬਣਾਉਣਗੇ। ਉਹ ਕਿਸੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ, ਉਹ ਕਿਸੇ ਨੂੰ ਪੋਜੈਸ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਉਹ ਰਿਸ਼ਤੇ ਬਣਾਉਣਗੇ ਜਿੱਥੇ ਉਹ ਕਿਸੇ ਦੀ ਇੱਜ਼ਤ ਕਰ ਸਕਣ, ਜਿੱਥੇ ਉਹ ਕਿਸੇ ਨੂੰ ਪਿਆਰ ਕਰ ਸਕਣ ਵਿਦਆਊਟ ਕਿਸੇ ਨੂੰ ਵਰਬਲੀ, ਇਮੋਸ਼ਨਲੀ ਜਾਂ ਫਿਜ਼ੀਕਲੀ ਅਬਿਊਜ਼ ਕੀਤੇ। ਸਾਡੇ ਕਲਚਰ ਦਾ ਜੇ ਕੁੱਟਮਾਰ ਤਾਂ ਪਿਆਰ ਦਾ ਬਹੁਤ ਵੱਡਾ ਹਿੱਸਾ ਵਾ। ਮੈਂ ਅਕਸਰ ਕਈ ਵਾਰ ਔਰਤਾਂ ਡੋਮੈਸਟਿਕ ਵਾਇਲੈਂਸ 'ਚ ਮੈਂ ਕਰਦੀ ਹਾਂ ਤੇ ਆਉਂਦੀ, ਉਹ ਕਹਿੰਦੀ ਜੀ ਪਿਆਰ ਤਾਂ ਹੀ ਕੁੱਟਿਆ ਜੇ ਪਿਆਰ ਸੀ, ਜੇ ਪਿਆਰ ਨਾ ਹੁੰਦਾ ਤੇ ਐਗਜ਼ੈਕਟਲੀ ਅਸੀਂ ਉਹ ਜਿਹੇ ਰਿਸ਼ਤੇ 'ਚੋਂ ਆ। ਤੁਸੀਂ ਦੇਖੋ ਗਾਣੇ ਵੀ ਤਾਂ ਸਾਨੂੰ ਕਿਹੋ ਜਿਹੇ ਮਿਲਦੇ ਆ, ਗਾਣੇ ਵੀ ਤਾਂ ਅੱਜ ਕੱਲ ਉਹਨਾਂ ਦੇ ਮਿਲੀਅਨ ਵਿਊਜ਼ ਆ ਨਾ, ਜਿਹੜੇ ਕਹਿੰਦੇ ਕਿ ਤੂੰ ਮੇਰੀ ਆ ਤੇ ਮੈਂ ਤੈਨੂੰ ਕੁੱਟ ਸਕਦਾ ਵਾਂ, ਤੇ ਜੇ ਜੱਟ ਨੇ ਠੋਕੀ ਨਾ ਤੇ ਫਿਰ ਜੇ ਜੱਟ ਨੇ ਕੁੱਟਿਆ ਨਾ। ਸੋ ਅਸੀਂ ਜਿਹੜਾ ਸਾਡਾ ਮੀਡੀਅਮ ਆ, ਜਿਹੜਾ ਸਾਡਾ ਮੀਡੀਆ ਜਾਂ ਸਾਡੇ ਗਾਣੇ ਆ, ਉਹਦੇ ਵਿੱਚ ਵੀ ਵਾਇਲੈਂਸ ਬਹੁਤ ਵੱਡੀ ਚੀਜ਼ ਆ। ਫਿਰ ਅਸੀਂ ਡਰਦੇ ਕਿਉਂ ਕਿ ਸਾਡੇ ਬੱਚੇ ਇਹ ਚੀਜ਼ਾਂ ਬਾਹਰ ਜਾ ਕੇ ਕਰਨਗੇ। ਅਖੀਰ ਦੇ ਵਿੱਚ ਤੁਸੀਂ ਮਾਪਿਆਂ ਨੂੰ ਤੇ ਟੀਨੇਜਰਸ ਨੂੰ ਕੀ ਕਹਿਣਾ ਚਾਹੋਗੇ ਦੋਸਤੀ ਬਾਰੇ 'ਚ? ਹਾਂਜੀ ਮਿਸਟਰ ਦਿਨ, ਮੈਂ ਏਦਾਂ ਹੀ ਕਹਿਣਾ ਚਾਹੂੰਗੀ ਕਿ ਸਾਡੇ ਆਈ ਥਿੰਕ ਜਦੋਂ ਬਾਹਰਲੀ ਦੁਨੀਆ ਵਿੱਚ ਸਾਡੇ ਬੱਚੇ ਸਟੈਪ ਰੱਖਦੇ, ਉੱਥੇ ਬਹੁਤ ਘੱਟ ਚੀਜ਼ਾਂ ਅਸੀਂ ਕੰਟਰੋਲ ਕਰ ਸਕਦੇ ਹਾਂ।
ਪਰ ਟੀਨੇਜਰ ਬਣਨ ਤੋਂ ਪਹਿਲਾਂ ਸਾਡੇ ਬੱਚੇ ਦਾ ਘਰ ਉਹਦੀ ਦੁਨੀਆ ਹੁੰਦੀ ਆ, ਉਹਦੀ ਇੰਟਾਇਰ ਦੁਨੀਆ ਹੁੰਦੀ ਆ। ਉਹ ਵਰਲਡ ਚਾਹੇ ਤੁਸੀਂ ਉਹਦਾ ਸੇਫ ਬਣਾ ਦਿਓ ਤੇ ਚਾਹੇ ਤੁਸੀਂ ਉਹਦਾ ਅਨਸੇਫ ਬਣਾ ਦਿਓ, ਚਾਹੇ ਉਹਨੂੰ ਸਿਕਿਉਰ ਬਣਾ ਦਿਓ ਚਾਹੇ ਤੁਸੀਂ ਉਹਨੂੰ ਅਨਸਿਕਿਉਰ ਬਣਾ ਦਿਓ। ਐਂਡ ਬੇਸਿਕਲੀ ਉਹ ਡਿਪੈਂਡ ਕਰਨਾ ਕਿ ਉਸ ਘਰ ਦੇ ਵਿੱਚ ਰਿਸ਼ਤੇ ਕਿਵੇਂ ਐਗਜ਼ਿਸਟ ਕਰਦੇ ਆ, ਕੀ ਉਸ ਘਰ ਦੇ ਵਿੱਚ ਰਿਸ਼ਤੇ ਇੱਕ ਰਿਸਪੈਕਟਫੁਲੀ ਕੰਪੈਨੀਅਨਸ਼ਿਪ, ਇੱਕ ਦੂਜੇ ਨਾਲ ਮੁਹੱਬਤ ਪਿਆਰ ਨਾਲ ਰਲ ਮਿਲ ਕੇ ਐਗਜ਼ਿਸਟ ਕਰਦੇ ਆ। ਐਂਡ ਉਹ ਰਿਸ਼ਤਿਆਂ ਦੇ ਵਿੱਚ ਜਦੋਂ ਕੌਨਫਲਿਕਟ ਹੁੰਦਾ ਕਿ ਇੱਕ ਦੂਜੇ ਨੂੰ ਲੋਕੀ ਮਾਰਨ ਲੱਗ ਜਾਂਦੇ ਜਾਂ ਲੋਕੀ ਅਬਿਊਜ਼ ਕਰਨ ਲੱਗ ਜਾਂਦੇ, ਲੋਕੀ ਕੌਨਫਲਿਕਟ ਕਿਵੇਂ ਰਿਜ਼ੋਲਵ ਕਰਦੇ ਆ। ਸੋ ਫॉर ਐਗਜ਼ਾਮਪਲ ਜੇ ਇੱਕ ਮੁੰਡਾ ਬਾਹਰ ਜਾ ਕੇ ਕਿਸੇ ਕੁੜੀ ਨੂੰ ਪੋਜੈਸ ਕਰਦਾ, ਇਹਦਾ ਮਤਲਬ ਉਹਦੇ ਅੰਦਰ ਕੌਨਫਲਿਕਟ ਆਇਆ ਤੇ ਉਹਨੂੰ ਹੈਂਡਲ ਕਰਨਾ ਨਹੀਂ ਆਇਆ। ਤੇ ਉਹ ਹੈਂਡਲ ਕਿਵੇਂ ਕਰਦਾ? ਕੁੱਟ ਕੇ ਹੈਂਡਲ ਕਰਦਾ, ਜਾਂ ਪੋਜੈਸ ਕਰਕੇ ਹੈਂਡਲ ਕਰਦਾ। ਸੋ ਅਸੀਂ ਰਿਸ਼ਤਿਆਂ ਦੇ ਵਿੱਚ ਕੌਨਫਲਿਕਟ ਨੂੰ ਇੱਕ ਹੈਲਥੀ ਤਰੀਕੇ ਨਾਲ ਕਿਵੇਂ ਰਿਜ਼ੋਲਵ ਕਰਨਾ, ਅਸੀਂ ਉਹ ਸਿੱਖਿਆ ਨਹੀਂ। ਐਂਡ ਜਿੰਨਾ ਚਿਰ ਇਸ ਕਲਚਰਲੀ ਘਰ ਦੇ ਵਿੱਚ ਅਸੀਂ ਚੰਗੇ ਰਿਸ਼ਤੇ ਨਹੀਂ ਦੇਖਦੇ, ਸਾਡੇ ਲਈ ਔਖਾ ਹੋ ਜਾਂਦਾ ਕਿ ਅਸੀਂ ਬਾਹਰ ਵੀ ਚੰਗੇ ਰਿਸ਼ਤੇ ਬਣਾਈਏ। ਤੁਸੀਂ ਜੇ ਇੱਕ ਮੁੰਡੇ ਨੂੰ ਰੇਜ਼ ਕਰ ਰਹੇ ਹੋ ਤੇ ਤੁਹਾਡਾ ਇਹ ਬੜਾ ਜ਼ਰੂਰੀ ਹੈ ਤੁਹਾਨੂੰ ਦੱਸਣਾ ਕਿ ਔਰਤਾਂ ਨੂੰ ਕਿਵੇਂ ਰੱਖੀਦਾ, ਔਰਤਾਂ ਦੇ ਨਾਲ ਕਿੱਦਾਂ ਦੀ ਟ੍ਰੀਟਮੈਂਟ ਹੁੰਦੀ। ਪਰ ਜੇ ਇੱਕ ਤੁਸੀਂ ਕੁੜੀ ਨੂੰ ਰੇਜ਼ ਕਰ ਰਹੇ ਹੋ ਤੇ ਤੁਹਾਡੇ ਲਈ ਇੱਕ ਆਦਮੀ ਹੋਣ ਦੇ ਨਾਤੇ ਤੁਹਾਨੂੰ ਮਾਡਲ ਬਣਨਾ ਪੈਣਾ ਕਿ ਕਿਹੋ ਜਿਹੇ ਬਾਹਰਲੇ ਆਦਮੀ ਤੋਂ ਕਿੱਦਾਂ ਦੀ ਟ੍ਰੀਟਮੈਂਟ ਤੁਹਾਨੂੰ ਮਿਲਣੀ ਚਾਹੀਦੀ ਆ, ਆਦਮੀ ਕਿਸ ਤਰ੍ਹਾਂ ਟ੍ਰੀਟ ਕਰਦੇ ਇੱਕ ਔਰਤ ਨੂੰ। ਐਂਡ ਜੇ ਉਹ ਇੱਕ ਪੋਜ਼ਿਟਿਵ ਵੇਖੂਗੀ, ਇੱਕ ਰਿਲੇਸ਼ਨਸ਼ਿਪ ਪੋਜ਼ਿਟਿਵ ਵੇਖੂਗੀ ਜਿੱਥੇ ਘਰ ਦਾ ਆਦਮੀ ਬੜਾ ਵਧੀਆ ਟ੍ਰੀਟ ਕਰਦਾ, ਤੇ ਉਹਨੇ ਬਾਹਰ ਜਾ ਕੇ ਵੀ ਇਦਾਂ ਦੀ ਟ੍ਰੀਟਮੈਂਟ ਦੀ ਐਕਸਪੈਕਟੇਸ਼ਨ ਕਰਨੀ ਆ। ਤੋ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਘਰਾਂ ਦੇ ਵਿੱਚ ਇੱਕ ਹੈਲਥੀ ਰਿਲੇਸ਼ਨਸ਼ਿਪ ਐਗਜ਼ਿਸਟ ਕਰਨ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਥੈਂਕ ਯੂ, ਥੈਂਕ ਯੂ ਮਿਸਟਰ। ਸ਼ੁਕਰੀਆ। ਇਸ ਦਾ ਮਜ਼ਾਕ ਜ ਹੋਰ ਹੈ Red FM